ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਵਿਭੂਤੇ ਸਮਸਤੁ ਸਰੂਪੇ ਕੁਕਰਮੰ ਪ੍ਰਨਾਸੀ ਸੁਧਰਮੰ ਵਿਭੂਤੇ। ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਅਤ ਹੈ ਸੂਰਾ। ਆਤਮ ਜਿਣੈ ਸਗਲ ਵਸਤਾਂ ਕੈ ਜਾਂ ਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ ਸ਼ਰਣੀ ਪਾਵਣ ਨਾਮ ਧਿਆਵਣ ਸਹਿਜ ਸਮਾਵਨ ਸੰਗ। ਜਨ ਕੇ ਚਰਨ ਵਸੇ ਮੇਰੇ ਹੀਅਰੈ ਸੰਗ ਪੁਨੀਤਾ ਦੇਹੀ। ਜਾਨ ਕੇ ਤੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ। ਜਾਨ ਕੀ ਧੂੜ ਦੇਓ ਕਿਰਪਾ ਨਿਦ ਨਾਨਕ ਕੈ ਸੁਖ ਏਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਜੋ ਸਤਿਗੁਰਾਂ ਨੇ ਮਿਲ ਬਹਿਣ ਦਾ ਇਹ ਸੁਭਾਗ ਸਮਾਂ ਬਖਸ਼ਿਆ ਹੈ। ਸਾਰੇ ਵੱਡੇ ਭਾਗਾਂ ਵਾਲੇ ਹੋ, ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਵਾਂਛੈ ਜਿਨ ਹਰ ਨਾਮ ਹਿਰਦੈ ਪਰੋਈ। ਸਤਿਗੁਰੂ ਦੇ ਭੌਰੇ ਸਤਿਗੁਰਾਂ ਦੀਆਂ ਖੁਸ਼ੀਆਂ ਆਪ ਜੀ ਤੇ ਅਪਾਰ ਹਨ। ਅੱਜ ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਇਹ ਸ਼ਹੀਦੀ ਦਿਵਸ ਹੈ। ਉਹਨਾਂ ਦੀ ਲਾਸਾਨੀ ਸ਼ਹੀਦੀ ਨੂੰ ਨਕਮਸਤਕ ਹੋ ਕੇ ਕਰੋੜਾਂ ਵਾਰੀ ਪ੍ਰਣਾਮ ਹੈ, ਨਮਸਕਾਰ ਹੈ। ਜਿਨ੍ਹਾਂ ਦੀਆਂ ਇਹ ਕੁਰਬਾਨੀਆਂ ਅਸੀਂ ਦੇਣੀਆਂ ਦੇ ਨਹੀਂ ਸਕਦੇ, ਜੋ ਇਹ ਲਾਸਾਨੀ ਸ਼ਹੀਦੀ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ, ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਰਸਾਏ ਹੋਏ ਇਹ ਮਹਾਨ ਯੋਧਾ ਸੂਰਵੀਰ, ਜਿਨ੍ਹਾਂ ਦਾ ਇਤਿਹਾਸ ਅਸੀਂ ਸਾਂਝ ਕਰਨਾ ਹੈ। ਮੇਰਾ ਸੁਭਾਗ ਹੈ ਕਿ ਮੈਂ ਆਪ ਜੀ ਉਹ ਪਿਆਰੀਆਂ ਸੰਗਤਾਂ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਉਸ ਮਹਾਨ ਸ਼ਹੀਦੀ, ਜਿਹੜੇ 740 ਸ਼ਹੀਦ ਹੋਏ ਹਨ, ਉਹਨਾਂ ਦੇ ਅੱਗੋਂ ਵਰਸਾਏ ਹੋਏ ਪਰਿਵਾਰਾਂ ਦੇ ਮੈਂ ਉਹਨਾਂ ਦੇ ਸਾਹਮਣੇ ਰੂਬਰੂ ਹੋ ਕੇ ਅੱਜ ਦੀ ਵਿਚਾਰ ਸਾਂਝ ਕਰਨ ਦਾ ਇੱਕ ਸੁਭਾਗ ਮਿਲਿਆ ਹੈ। ਗੁਰੂ ਸਾਹਿਬ ਕਿਰਪਾ ਭਰਿਆ ਮਿਹਰ ਭਰਿਆ ਹੱਥ ਰੱਖਣ, ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ। ਸੋ ਅੱਜ ਉਹਨਾਂ ਦੀ ਸ਼ਹੀਦੀ ਨੂੰ ਅਸੀਂ ਬੜੇ ਵਿਚਾਰਾਂ ਦੇ ਨਾਲ ਮਨ ਬਿਰਤੀ ਕਾਗਰ ਕਰਕੇ ਸਰਵਣ ਕਰਨਾ ਹੈ। ਸਵੇਰੇ ਵੀ ਦੀਵਾਨ ਦੇ ਵਿੱਚ ਅਸੀਂ ਕੁਝ ਆਰੰਭਤਾ ਦਾ ਅਸੀਂ ਜ਼ਿਕਰ ਕੀਤਾ ਸੀ। ਮੈਂ ਚਾਹੁੰਦਾ ਟੂਕ ਮਾਤਰ
ਉਸ ਵਿਚਾਰ ਨੂੰ ਲੈ ਕੇ ਫਿਰ ਅੱਗੇ ਅਸੀਂ ਸਾਂਝ ਪਾਉਣ ਦਾ ਯਤਨ ਕਰੀਏ, ਕਿਉਂਕਿ ਜਿਹੜੇ ਸਰੀਰ ਸਵੇਰੇ ਹਾਜ਼ਰ ਸੀ ਉਹਨਾਂ ਨੇ ਵਿਚਾਰ ਸੁਣੀ ਹੈ, ਪਰ ਜਿਨ੍ਹਾਂ ਨਹੀਂ ਸੁਣੀ ਉਹਨਾਂ ਵਾਸਤੇ 2 4 5 ਮਿੰਟ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਜੀ, ਜਿਹੜੇ ਰਾਜਪੂਤਾਨੇ ਘਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ, ਪੁੰਛ ਇਲਾਕਾ, ਰਜੌਰੀ ਜ਼ਿਲ੍ਹਾ, ਕਸ਼ਮੀਰ ਵਿਖੇ 1710 27 ਅਕਤੂਬਰ, ਕਿੱਥੇ 16 ਅਕਤੂਬਰ ਵੀ ਆਇਆ ਹੈ। ਚਲੋ ਇਤਿਹਾਸ ਦੀ ਇਹ ਖੋਜ ਹੈ, ਅਸੀਂ ਉਸ ਬਾਰੇ ਨਹੀਂ ਜਾ ਰਹੇ। ਇਹ ਰਾਜਪੂਤਾਨਾ ਘਰ ਸੀ। ਇਹਨਾਂ ਦੇ ਘਰ ਦੇ ਅੰਦਰ ਸ਼ਾਹੀ ਠਾਠ ਬਾੜ ਸੀ। ਸ਼ੌਂਕ ਸੀ ਇਹਨਾਂ ਦੇ ਸ਼ਿਕਾਰ ਕਰਨੇ, ਸ਼ਸਤਰ ਰੱਖਣੇ, ਘੋੜੇ ਰੱਖਣੇ। ਨੇਤ ਪਰਮੇਸ਼ਰ ਦੀ 14 ਸਾਲ ਦੀ ਉਮਰ ਵਿੱਚ ਇੱਕ ਐਸੀ ਘਟਨਾ ਘਟੀ ਜੋ ਕਿ ਇੱਕ ਮਿਰਗਣੀ ਦਾ ਸ਼ਿਕਾਰ ਕਰਦੇ ਹੋਏ ਉਹ ਅਣਿਆਲੇ ਤੀਰ ਜਦੋਂ ਮਾਰਿਆ ਤਾਂ ਐਸਾ ਲੱਗਿਆ ਕਿ ਉਹ ਮਿਰਗਣੀ ਦੇ ਨਾਲ ਇਤਫਾਕ ਨਾਲ ਉਸ ਦੇ ਪੇਟ ਵਿੱਚ ਵੀ 2 ਜਿਹੜੇ ਜੀਵਤ ਬੱਚੇ ਸਨ ਉਹ ਵੀ ਮਰ ਗਏ। ਉਸ ਘਟਨਾ ਨੂੰ ਵੇਖ ਕੇ ਇੱਕ ਮਨ ਦੇ ਅੰਦਰ ਐਸਾ ਬਦਲਾਵ ਆਇਆ ਜੋ ਇੱਕ ਕ੍ਰਾਂਤੀਕਾਰੀ ਬਦਲਾਵ ਸੀ। ਮੈਂ ਤੇ ਇਹੀ ਸੋਚਣਾ ਵਾਂ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਬਣਨ ਦੀ ਇਹ ਪਹਿਲੀ ਘਟਨਾ ਸੀ ਜੋ ਜੀਵਨ ਵਿੱਚ ਬਦਲਾਵ ਲਿਆਉਣ ਵਾਸਤੇ। ਤੋ ਉਹ ਘਟਨਾ ਨੂੰ ਵੇਖਦੇ ਹੋਏ ਫਿਰ ਉਹ ਜਾਨਕੀ ਦਾਸ ਦੇ ਨਾਲ ਅਸੀਂ ਸਵੇਰੇ ਜ਼ਿਕਰ ਕੀਤਾ, ਉਹਨਾਂ ਦੇ ਡੇਰੇ ਨਾਲ ਜਾ ਕੇ ਮਿਲ ਕੇ ਉਹਨਾਂ ਦੇ ਨਾਲ ਰਹੇ, ਪਰ ਮਨ ਦੀ ਸ਼ਾਂਤੀ ਨਹੀਂ ਹੋਈ। ਘਰ-ਬਾਰ ਵੀ ਛੱਡਿਆ ਸੀ ਪਰ ਉਹ ਚੀਜ਼ ਨਹੀਂ ਮਿਲੀ ਜਿਸ ਕਾਰਨ ਉਹ ਘਰੋਂ ਨਿਕਲੇ ਨੇ। ਨਾਮ ਵੀ ਉਹਨੇ ਚੇਂਜ ਕਰਤਾ ਜਾਨਕੀ ਦਾਸ ਨੇ। ਕਿਉਂ? ਕਿਉਂਕਿ ਉਹਨੂੰ ਪਤਾ ਸੀ ਜੇ ਇਹੀ ਨਾਮ ਰਿਹਾ ਤੇ ਇਹਦੇ ਮਾਤਾ ਪਿਤਾ ਢੂੰਡਦੇ ਹੋਏ ਮੇਰੇ ਕੋਲ ਨਾ ਆ ਜਾਣ। ਉਹਨੇ ਨਾਮ ਚੇਂਜ ਕਰਕੇ ਲਛਮਣ ਦਾਸ ਤੋਂ ਮਾਧੋ ਦਾਸ ਰੱਖਤਾ। ਸਾਲ ਖੰਡ ਕਰੀਬ ਇਹ ਜਾਨਕੀ ਦਾਸ ਕੋਲ ਰਹੇ। ਉਸ ਤੋਂ ਬਾਅਦ ਇਹ ਲਾਹੌਰ ਦੇ ਵਿੱਚ ਕਿਤੇ ਕੋਈ ਮੇਲਾ ਲੱਗਦਾ ਸੀ। ਮਹਾਨ ਸੰਤ ਪੁਰਖ, ਮਹਾਂਪੁਰਖ ਗਿਆਨੀ ਉੱਥੇ ਵਿਚਾਰਾਂ ਕਰਦੇ ਸਨ। ਜਾਨਕੀ ਦਾਸ ਵੀ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਉਸ ਸਥਾਨ ਤੇ ਪਹੁੰਚਿਆ। ਵਿਚਾਰਾਂ ਹੋਈਆਂ, ਕੁਝ ਸਮਾਂ ਰਹੇ, ਪਰ ਉੱਥੇ ਇੱਕ ਰਾਮ ਜੀ ਦਾਸ ਕਰਕੇ ਇੱਕ ਬਾਬਾ ਸੀ ਜਿਹਦੇ ਕਰਕੇ ਉਹ ਬੜੇ ਪ੍ਰਭਾਵਿਤ ਹੋਏ। ਉਹਨਾਂ ਨੇ ਫਿਰ ਮਾਧੋ ਦਾਸ ਨੇ ਫਿਰ ਉਹ ਜਾਨਕੀ ਦਾਸ ਨੂੰ ਹੱਥ ਜੋੜ ਕੇ ਤੇ ਰਾਮ ਜੀ ਦਾਸ ਜੀ ਦਾ ਪੱਲਾ ਫੜ ਲਿਆ। ਕੁਝ ਸਮਾਂ ਉਹਨਾਂ ਨਾਲ ਵੀ ਰਹੇ, ਪਰ ਉੱਥੇ ਵੀ ਟਿਕਾਓ ਵਾਲੀ ਬਿਰਤੀ ਨਹੀਂ ਬਣੀ। ਕਿਉਂ? ਕਿਉਂਕਿ ਕਾਚਾ ਜਿਹੜੇ ਗੁਰੂ ਨੇ ਉਹਨਾਂ ਤੋਂ ਟਿਕਾਅ ਮਿਲਦਾ ਹੀ ਨਹੀਂ ਹੈ। ਮੈਂ ਸਵੇਰੇ ਵੀ ਜ਼ਿਕਰ ਕੀਤਾ ਹੈ ਕਿ ਇਹਨਾਂ ਠੀਕ ਹੈ ਬਾਬੇ ਅਸੀਂ ਬਹੁਤ ਦੇਖੇ ਨੇ, ਪਰ ਦਰਅਸਲ ਬਾਬੇ ਉਹੀ ਹੁੰਦੇ ਨੇ ਪੱਕੇ ਜਿਹੜੇ ਆਪ ਮੁਕਤ ਨੇ। ਆਪ ਮੁਕਤ ਕਰੇ ਸੰਸਾਰ। ਸੋ ਕੱਚੇ ਗੁਰੂਆਂ ਤੋਂ ਕਦੀ ਵੀ ਬੰਦਾ ਮੁਕਤ ਨਹੀਂ ਹੁੰਦਾ। ਇਹ ਫਿਰ ਉੱਥੋਂ ਵੀ ਕੁਝ ਸਮਾਂ ਰਹਿ ਕੇ ਨਾਂਦੇੜ ਦੀ ਪੰਚਵਟੀ ਜਗ੍ਹਾ ਉੱਥੇ ਪਹੁੰਚ ਗਏ, ਜਿਹੜੀ ਗੋਦਾਵਰੀ ਦੇ ਨਦੀ ਦੇ ਕਿਨਾਰੇ, ਜਿੱਥੇ ਇੱਕ ਬਜ਼ੁਰਗ ਬਾਬਾ ਔਗਣਨਾਥ ਕਰਕੇ ਇੱਕ ਬਾਬਾ ਸੀ। ਬਹੁਤ ਵੱਡਾ ਉਹਦਾ ਡੇਰਾ ਸੀ, ਜੋ ਰਿੱਧੀਆਂ ਸਿੱਧੀਆਂ ਕਰਕੇ ਲੋਕਾਂ ਨੂੰ ਭਰਮਾਂ ਵਿੱਚ ਪਾ ਕੇ ਔਰ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਔਰ ਆਏ ਗਏ ਸਾਧੂ ਸੰਤਾਂ ਦੀਆਂ, ਨਾਮ ਜਪਣ ਵਾਲੇ ਫਕੀਰਾਂ ਦੀਆਂ, ਉਹਨਾਂ ਨੂੰ ਘਰ ਬੁਲਾ ਕੇ ਆਓ ਭਗਤ ਕਰਕੇ ਤੇ ਉਸ ਜਿਹੜਾ ਇੱਕ ਤਖਤ ਬਣਾਇਆ ਸੀ ਉਹਦੇ ਵਿੱਚ ਬਿਠਾ ਕੇ ਫਿਰ ਉਹ ਰਿੱਧੀਆਂ ਸਿੱਧੀਆਂ ਨਾਲ ਉਸ ਤਖਤ ਨੂੰ ਉਲਟਾਣਾ ਤੇ ਜਦ ਉਹ ਗਿਰ ਜਾਣਾ ਤੇ ਫਿਰ ਉਸ ਦਾ ਮਜ਼ਾਕ ਉਡਾਣਾ। ਇਹ ਕੰਮ ਕਰਦਾ ਸੀ। ਪਰ ਬਜ਼ੁਰਗ ਬਹੁਤ ਸਨ। ਇਹ ਚੇਲਾ ਬਣ ਗਿਆ ਮਾਧੋ ਦਾਸ ਉਹਨਾਂ ਦਾ। ਕਾਫੀ ਸਮਾਂ ਚੇਲਾ ਬਣੇ, ਲੇਕਿਨ ਨੇਤ ਪਰਮੇਸ਼ਰ ਦੀ ਕੀ ਹੋਈ ਕਿ ਔਗਣਨਾਥ ਚੜ੍ਹਾਈ ਕਰ ਗਿਆ। ਸਮਾਂ ਪਾ ਕੇ ਬਜ਼ੁਰਗ ਸੀ, ਪਰ ਜਦ ਵੇਖਿਆ ਤੇ ਇਹ ਵੱਡਾ ਫਿਰ ਗੁਰੂ ਬਣ ਗਿਆ। ਤੇ ਜਿਹੜੇ ਚੇਲੇ ਉਹਦੇ ਸੀ ਉਹ ਚੇਲੇ ਸੁਭਾਵਕ ਇਹਦੇ ਬਣ ਗਏ। ਸਾਰੀ ਉਮਰ ਇਹ ਚੇਲੇ ਬਣ ਕੇ ਰਿਹਾ, ਅੱਜ ਗੁਰੂ ਬਣ ਗਿਆ ਤੇ ਉਹ ਵਾਲੀ ਬਿਰਤੀ ਖਤਮ ਹੋ ਗਈ। ਜਿਹੜੀ ਬਿਰਤੀ ਆਰੰਭਤਾ ਤੇ ਸੀ ਉਹ ਰਸਤਾ ਭਟਕ ਗਿਆ, ਜਿਹੜਾ ਰਸਤਾ ਉਹਨੂੰ ਲੱਭਣ ਵਾਸਤੇ ਆਇਆ ਸੀ। ਕਿਉਂਕਿ ਕਈ ਵਾਰੀ ਉਹਦਾ, ਕਈ ਵਾਰੀ ਬੰਦਾ ਸਿਧਾਂਤ ਤੋਂ ਹੀ ਪਰੇ ਹੋ ਜਾਂਦਾ ਹੈ। ਤੇ ਉਸ ਵੇਲੇ ਕੀ ਹੋਇਆ ਫਿਰ ਸਾਧ ਸੰਗਤ, ਜਦੋਂ ਉਹਦੀ ਮੌਤ ਹੋਈ ਤੇ ਉਹਦੇ ਕੋਲ ਇੱਕ ਕਿਤਾਬ ਸੀ ਔਗਣਨਾਥ ਦੀ, ਉਹਦੇ ਹੱਥ ਲੱਗ ਗਈ, ਜਿਹਦੇ ਵਿੱਚ ਸਾਰੀਆਂ ਰਿੱਧੀਆਂ ਸਿੱਧੀਆਂ ਉਸ ਵਿੱਚ ਦਰਜ ਸਨ।
ਤੇ ਉਹਨੇ ਉਸ ਰਿੱਧੀਆਂ ਸਿੱਧੀਆਂ ਨਾਲ ਆਪਣੇ ਡੇਰੇ ਨੂੰ ਚਲਾਉਣਾ ਕਰ ਦਿੱਤਾ। ਬਹੁਤ ਚੱਲਣ ਲੱਗ ਪਿਆ। ਉਸ ਇਲਾਕੇ ਵਿਖੇ ਬੜੀ ਮਹਿਮਾ ਹੋਣ ਲੱਗ ਪਈ ਮਾਧੋ ਦਾਸ ਦੀ। ਹੁਣ ਭੁੱਲ ਗਿਆ, ਭਟਕ ਗਿਆ ਆਪਣੇ ਰਸਤੇ ਤੋਂ, ਜਿਹੜਾ ਇੱਕ ਮਿਰਗ ਨੂੰ ਵੇਖ ਕੇ, ਮਿਰਗ ਦੀ ਇੱਕ ਮੌਤ ਨੂੰ ਵੇਖ ਕੇ ਸਹਾਰ ਨਹੀਂ ਪਾਇਆ। ਪਰ ਉਹ ਜਦੋਂ ਡੇਰੇ ਦੇ ਅੰਦਰ ਕਦੋਂ ਕੋਈ ਚੇਲੇ ਵਾਹ ਕਰਨਾ ਹੁੰਦਾ, ਸਾਡੇ ਵਿੱਚ ਵੀ ਇਸ ਤਰ੍ਹਾਂ ਹੈ, 4-5 ਪੈਰੀ ਹੱਥ ਲਾਉਣ ਲੱਗ ਪੈਣ ਤੇ ਅਸੀਂ ਵੀ ਆਪੇ ਤੋਂ ਬਾਹਰ ਹੋ ਜਾਂਦੇ ਹਾਂ ਔਰ ਗੁਰਬਾਣੀ ਤੋਂ ਪਾਸੇ ਹੋ ਜਾਂਦੇ ਹਾਂ। ਤਾਂ ਗੁਰੂ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਪਾਵਨ ਪਵਿੱਤਰ ਧਰਤੀ ਤੇ ਜਦੋਂ ਔਰੰਗੇ ਨੇ ਮਹਾਰਾਜ ਨੂੰ ਯਾਦ ਕੀਤਾ ਤੇ ਮਹਾਰਾਜ ਸਾਬੋ ਕੀ ਤਲਵੰਡੀ ਤੋਂ ਚੱਲ ਕੇ ਜਦ ਪਹੁੰਚ ਰਹੇ ਸਨ, ਉਸ ਤੋਂ ਪਹਿਲਾਂ ਉਸ ਦੀ ਮੌਤ ਹੋ ਗਈ। ਜਫਰਨਾਮਾ ਪੜ੍ਹ ਕੇ, ਪੂਰਾ ਪੜ੍ਹਿਆ ਵੀ ਨਹੀਂ, ਮਹਾਰਾਜ ਦੇ ਕਲਮ ਵਿੱਚ ਹੀ ਬੜੀ ਤਾਕਤ ਹੈ। ਸੋ ਉੱਥੇ ਮਹਾਰਾਜ ਫਿਰ ਨਿਕਲ ਕੇ ਅੱਗੇ ਨਾਂਦੇੜ ਦੀ ਪਾਵਨ ਪਵਿੱਤਰ ਧਰਤੀ ਤੇ ਸੰਗਤਾਂ ਨੂੰ ਤਾਰਦੇ ਹੋਏ ਇੱਕ ਜੈਤ ਰਾਮ ਦੇ ਘਰ ਰੁਕੇ। ਜੈਤ ਰਾਮ ਦੇ ਨਾਲ ਜਦ ਵਿਚਾਰਾਂ ਹੋਈਆਂ, ਮਹਾਰਾਜ ਨੇ ਉੱਥੋਂ ਜਦ ਜਾਣ ਲੱਗੇ ਤੇ ਜੈਤ ਰਾਮ ਕਹਿੰਦਾ, ਮਹਾਰਾਜ ਜਾ ਤੇ ਰਹੇ ਹੋ, ਪਰ ਸਭ ਜਗ੍ਹਾ ਜਾਓ, ਸਭ ਨੂੰ ਤਾਰੋ, ਪਰ ਇੱਕ ਗਲਤੀ ਨਾ ਕਰਨਾ। ਉਹ ਕਹਿੰਦੇ ਕਿ ਮਹਾਰਾਜ ਕਹਿੰਦੇ ਨੇ ਕਿ ਇੱਕ ਇੱਥੇ ਮਾਧੋ ਦਾਸ ਹੈ, ਉਹ ਬੜਾ ਰਿੱਧੀਆਂ ਸਿੱਧੀਆਂ ਦਾ ਮਾਲਕ ਹੈ, ਉਹਦੇ ਡੇਰੇ ਤੇ ਬਿਲਕੁਲ ਨਾ ਜਾਣਾ, ਕਿਉਂਕਿ ਉਹ ਤਖਤ ਉਲਟਾ ਦਿੰਦਾ। ਇੱਕ ਵੱਡੀ ਗੱਲ ਹੈ, ਉਹਦੇ ਕੋਲ ਤਖਤ ਹੈ, ਜੇ ਚਲੇ ਵੀ ਗਏ ਤੁਸੀਂ ਤੇ ਉੱਥੇ ਜਾ ਕੇ ਉਸ ਤਖਤ ਦੇ ਉੱਤੇ ਨਾ ਬਹਿ ਜਾਣਾ ਗਲਤੀ ਨਾਲ, ਫਿਰ ਇਹ ਤਖਤ ਉਲਟਾ ਦੇਗਾ। ਤੇ ਮਹਾਰਾਜ ਨੇ ਵਿਚਾਰ ਸੁਣ ਲਈ ਤੇ ਮਹਾਰਾਜ ਉੱਥੋਂ ਚੱਲ ਕੇ ਸਿੱਧਾ ਹੀ ਗੋਦਾਵਰੀ ਨਦੀ, ਉਸ ਦਾ ਜਿਹੜਾ ਡੇਰਾ ਸੀ ਕਿਨਾਰੇ ਤੇ, ਮਹਾਰਾਜ ਸਿੱਧਾ ਉਸ ਡੇਰੇ ਤੇ ਚਲੇ ਗਏ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਵੀ ਨਾ ਹਮੇਸ਼ਾ ਬਿਮਾਰਾਂ ਕੋਲ ਗਏ ਨੇ। ਬਿਮਾਰਾਂ ਨੂੰ ਸਮਝਦੇ ਹੋ ਨਾ, ਜਿਨ੍ਹਾਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਮੈਂ ਦੀ, ਹੰਕਾਰ ਦੀ ਇਹ ਲੱਤ ਲੱਗੀ ਹੋਵੇ ਨਾ, ਜਿਸ ਤਰ੍ਹਾਂ ਕੋਡੇ ਰਾਕਸ਼ ਨੂੰ ਲੱਗੀ ਹੋਈ ਸੀ, ਵਲੀ ਕੰਧਾਰੀ ਨੂੰ ਲੱਗੀ ਹੋਈ ਸੀ, ਹੋਰ ਬੇਅੰਤ ਐਸੇ ਸਨ ਜਿਨ੍ਹਾਂ ਨੇ ਮਨ ਦਾ ਕੋੜ ਪਿਆ ਹੋਇਆ ਸੀ। ਇੱਕ ਤੇ ਹੁੰਦਾ ਸਰੀਰ ਦਾ ਕੋੜ, ਇੱਕ ਹੁੰਦਾ ਮਨ ਦਾ ਕੋੜ ਪਿਆ ਹੁੰਦਾ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਇਹ ਸਾਰੀਆਂ ਉਹ ਬਿਮਾਰਾਂ ਦੇ ਘਰ ਜਾ ਕੇ ਉਹਨਾਂ ਦਾ ਇਲਾਜ ਕੀਤਾ। ਤੇ ਗੁਰੂ ਮਹਾਰਾਜ ਸਿੱਧਾ ਉਸ ਪਾਵਨ ਧਰਤੀ ਤੇ ਗਏ, ਦੇਖਿਆ ਡੇਰਾ ਬਹੁਤ ਵੱਡਾ ਹੈ, ਆਪ ਮਾਧੋ ਦਾਸ ਉਸ ਡੇਰੇ ਵਿੱਚ ਨਹੀਂ ਹੈ। ਮਹਾਰਾਜ ਨੇ ਵੇਖਿਆ ਬੱਕਰੇ ਬੱਕਰੀਆਂ ਚਾਰ ਰਹੀਆਂ ਨੇ, ਇਹ ਡੇਰੇ ਦੇ ਵਿੱਚ ਚੇਲੇ ਬਹੁਤ ਨੇ ਇਹਦੇ। ਮਹਾਰਾਜ ਨੇ ਸਿੱਖਾਂ ਨੂੰ ਕਿਹਾ ਕਿ ਇਹਦੇ ਅੰਦਰ ਜਿਹੜੇ ਬੱਕਰੇ ਬੱਕਰੀਆਂ ਨੇ, ਕੁਝ ਬੱਕਰੇ ਬੱਕਰੀਆਂ ਝਟਕਾ ਦਿਓ। ਮਹਾਰਾਜ ਦੇ ਕਹੇ ਅਨੁਸਾਰ ਉਹਨਾਂ ਨੇ ਬੱਕਰੇ ਬੱਕਰੀਆਂ ਝਟਕਾਈਆਂ। ਸੁਭਾਵਕ ਸੀ, ਖੂਨ ਡੁੱਲ ਪਿਆ ਬਹੁਤ। ਚੇਲਿਆਂ ਨੇ ਵੇਖਿਆ ਇਹ ਤੇ ਬਹੁਤ ਵੱਡਾ ਪਾਪ ਹੋ ਗਿਆ, ਸਾਡੇ ਡੇਰੇ ਦੇ ਵਿੱਚ ਆ ਕੇ ਇਹਨਾਂ ਨੇ ਖੂਨ ਦੇ ਨਾਲ ਇਹ ਸਾਡੇ ਜਾਨਵਰਾਂ ਨੂੰ ਮਾਰ ਦਿੱਤਾ ਹੈ। ਤੇ ਮਹਾਰਾਜ ਜਾ ਕੇ ਉੱਥੇ ਚਲੇ ਗਏ, ਅੰਦਰ ਗਏ ਤੇ ਉਸ ਦੇ ਜਾ ਕੇ ਉਹੀ ਤਖਤ ਤੇ ਬੈਠ ਗਏ, ਜਿਸ ਤਖਤ ਤੇ ਬੈਠ ਕੇ ਉਹ ਆਏਗੇ ਸਾਧੂਆਂ ਨੂੰ ਆਓ ਭਗਤ ਕਰਨ ਤੋਂ ਬਾਅਦ ਉੱਥੇ ਬਿਠਾ ਕੇ ਰਿੱਧੀਆਂ ਸਿੱਧੀਆਂ ਦੇ ਨਾਲ ਫਿਰ ਉਹਨਾਂ ਦੇ ਤਖਤ ਪਲਟਾਉਂਦਾ ਸੀ। ਤੇ ਮਹਾਰਾਜ ਉੱਥੇ ਪਹੁੰਚੇ। ਜਦ ਪਹੁੰਚੇ ਉਸ ਤਖਤ ਤੇ ਬੈਠ ਗਏ। ਚੇਲੇ ਗਏ, ਕਹਿਣ ਲੱਗੇ ਇੱਕ ਕੋਈ ਐਸਾ ਫਕੀਰ ਆਇਆ ਹੈ, ਉਹਦੇ ਨਾਲ ਕਈ ਸਿੱਖ ਹਨ, ਚਿਹਰੇ ਤੇ ਜਾਲੋ ਜਲਾਲ ਹੈ, ਪਰ ਉਸਨੇ ਇੱਕ ਬੜਾ ਵੱਡਾ ਪਾਪ ਕੀਤਾ ਹੈ। ਤੁਹਾਡੇ ਡੇਰੇ ਦੀਆਂ ਕਈ ਬੱਕਰੇ ਬੱਕਰੀ ਝਟਕਾ ਦਿੱਤੇ ਨੇ ਔਰ ਉਸ ਤਖਤ ਤੇ ਜਾ ਕੇ ਬਹਿ ਗਏ ਜਿੱਥੇ ਤੁਸੀਂ ਬਿਰਾਜਮਾਨ ਹੁੰਦੇ ਹੋ। ਗੁੱਸੇ ਵਿੱਚ ਲਾਲ ਪੀਲਾ ਹੋਇਆ ਮਾਧੋ ਦਾਸ ਉੱਥੋਂ ਚਲਿਆ, ਆਪਣੇ ਡੇਰੇ ਆਇਆ ਤੇ ਜਦ ਹੀ ਮਹਾਰਾਜ ਨੂੰ ਉਸ ਤਖਤ ਦੇ ਉੱਤੇ ਬੈਠਿਆਂ ਵੇਖਿਆ ਤੇ ਕੀ ਦੇਖਿਆ, ਮਹਾਰਾਜ ਦਾ ਰੂਪ ਵੀ ਇੱਕ ਅਲੱਗ ਸੀ। ਦੁਨੀਆ ਦੇ ਰੂਪ ਤੇ ਵੱਖਰੇ ਨੇ। ਨਾਮ ਜਪੰਦੜੀ ਲਾਲੀ, ਜਿਹੜੇ ਨਾਮ ਜਪਣ ਵਾਲੇ ਹੁੰਦੇ ਨੇ ਉਹਨਾਂ ਦੇ ਚਿਹਰਿਆਂ ਤੇ ਵੀ ਲਾਲੀ ਜੰਮਦੀ ਹੁੰਦੀ ਹੈ। ਤੇ ਉਸ ਵੇਲੇ ਫਿਰ ਮਹਾਰਾਜ ਨੂੰ ਵੇਖ ਕੇ ਚਰਨਾਂ ਵਿੱਚ ਡਿੱਗ ਪਿਆ, ਕਹਿਣ ਲੱਗਾ, ਮਹਾਰਾਜ ਤੁਸੀਂ ਕੌਣ ਹੋ? ਤੁਸੀਂ ਕੋਈ ਪਰਮਾਤਮਾ ਦੇ ਬੰਦੇ ਲੱਗਦੇ ਹੋ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦ ਵਿਚਾਰ ਹੋਈ ਤੇ ਇੱਕ ਬੇਨਤੀ ਕਰਦਾ ਹੈ, ਕਹਿੰਦਾ, ਮਹਾਰਾਜ
ਇੱਕ ਬੇਨਤੀ ਹੈ, ਤੁਹਾਡੀਆਂ ਸਾਰੀਆਂ ਗੱਲਾਂ ਮੈਨੂੰ ਠੀਕ ਲੱਗ ਰਹੀਆਂ ਨੇ, ਪਰ ਜਿਹੜੇ ਤੁਸੀਂ ਮੇਰੇ ਡੇਰੇ ਦੇ ਅੰਦਰ ਆ ਕੇ ਬੱਕਰੀ ਤੇ ਬੱਕਰਿਆਂ ਨੂੰ ਝਟਕਾਇਆ ਹੈ ਨਾ, ਇਹ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਮੇਰੇ ਡੇਰੇ ਨੂੰ ਤੁਸੀਂ ਖੂਨ ਡੋਲ ਕੇ ਅਪਵਿੱਤਰ ਕਰ ਦਿੱਤਾ ਹੈ। ਤੇ ਮਹਾਰਾਜ, ਇਹ ਵਿੱਚੋਂ ਮਾਈਕ ਬੰਦ ਕਰ ਦਿਓ ਪਲੀਜ਼, ਰਿਕੁਐਸਟ ਹੈਗੀ ਹੈ ਜੀ, ਜਿਹਦਾ ਮਾਈਕ ਆਨ ਹੈਗਾ ਸਾਧ ਸੰਗਤ, ਕਿਉਂਕਿ ਇਕਾਗਰਤਾ ਬਣਾਉਣ ਵਾਸਤੇ ਮੈਂ ਖਿਮਾ ਮੰਗਾਂਗਾ, ਕੋਈ ਵਿੱਚ ਡਿਸਟਰਬ ਨਾ ਹੋਵੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸ ਵੇਲੇ ਮਹਾਰਾਜ ਨੇ ਜਦੋਂ ਇਹਨੇ ਕਿਹਾ ਇਹ ਪਵਿੱਤਰ ਕਰਤਾ, ਮਹਾਰਾਜ ਕਹਿੰਦੇ ਨੇ ਇਹ ਤੇਰੀ ਇੱਕ ਜਾਨਵਰਾਂ ਦੇ ਖੂਨ ਨੂੰ ਤੂੰ ਵੇਖ ਕੇ ਧਰਤੀ ਨੂੰ ਪਵਿੱਤਰ ਕਰ ਸਮਝ ਰਿਹਾ, ਉਸ ਧਰਤੀ ਨੂੰ ਯਾਦ ਕਰ ਚਾਨੀ ਚੌਂਕ ਦੀ, ਜਿੱਥੇ ਗੁਰੂ ਤੇਗ ਬਹਾਦਰ ਬਾਬਾ ਜੀ, ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ, ਉਹ ਸਮਾਂ ਜਦੋਂ ਜ਼ਾਲਮਾਂ ਨੇ ਉਹਨਾਂ ਨੂੰ ਬੇਕਸੂਰ ਉਹਨਾਂ ਨੂੰ ਸ਼ਹੀਦ ਕੀਤਾ, ਉਦੋਂ ਖੂਨ ਡੁੱਲਿਆ, ਉਦੋਂ ਤੇਰੀ ਧਰਤੀ ਅਪਵਿੱਤਰ ਨਹੀਂ ਹੋਈ। ਤੂੰ ਮਹਾਰਾਜ ਨੇ ਇੱਕ ਝਟਕਾ ਕਰਨ ਤੋਂ ਭਾਵ ਇਹ ਸੀ, ਉਹਨੂੰ ਇੱਕ ਸੇਧ ਦੇਣਾ ਚਾਹੁੰਦੇ ਸਨ, ਕਿਉਂਕਿ ਉਹ ਤਖਤਾ ਪਲਟਾਉਂਦਾ ਸੀ ਜਿਹੜਾ ਆਂਦਾ ਸੀ। ਤੇ ਮਹਾਰਾਜ ਕਹਿੰਦੇ ਸੀ ਮੈਨੂੰ ਇਹ ਵਜ੍ਹਾ ਹੀ ਲੋਕਾਂ ਦੀ ਲੋੜ ਹੈ ਜਿਹੜੇ ਤਖਤ ਪਲਟ ਦੇਣ। ਜੇ ਭਾਈ ਜੈਤ ਰਾਮ ਨੇ ਮਨਾ ਕੀਤਾ ਤੇ ਮਹਾਰਾਜ ਗਏ, ਉਹ ਕਹਿੰਦਾ ਜੀ ਤਖਤਾ ਪਲਟਾ ਦਿੰਦਾ। ਮਹਾਰਾਜ ਕਹਿੰਦੇ ਨੇ ਮੈਨੂੰ ਇਹ ਵਜ੍ਹਾ ਬੰਦਿਆਂ ਦੀ ਹੀ ਲੋੜ ਹੈ ਜਿਹੜੇ ਤਖਤ ਨੂੰ ਪਲਟਾ ਦੇਣ। ਤੇ ਉਸ ਵੇਲੇ ਫਿਰ ਮਹਾਰਾਜ ਨੇ ਕਿਹਾ ਉਦੋਂ ਤੂੰ ਕਿੱਥੇ ਸੀ, ਜਦੋਂ ਤੂੰ ਅਨੰਦਪੁਰ ਦਾ ਕਿਲਾ ਸੀ ਛੱਡਿਆ, 79 ਬੰਦੇ ਸਿਰਸੇ ਦੇ ਕਈ ਭੇਟਾ ਹੋ ਗਏ, ਚਮਕੌਰ ਦੀ ਗੜੀ ਵਿੱਚ ਮੇਰੇ ਪਿਆਰੇ ਸਿੰਘ, 3 ਪਿਆਰੇ ਵੀ, 2 ਸਾਹਿਬਜ਼ਾਦੇ ਵੀ ਖੂਨ ਡੁੱਲਿਆ, ਉਸ ਟਾਈਮ ਤੇਰੀ ਧਰਤੀ ਪਵਿੱਤਰ ਨਹੀਂ ਹੋਈ। ਸਾਧ ਸੰਗਤ, ਜਦ ਮਹਾਰਾਜ ਨੇ ਛੋਟੇ ਸਾਹਿਬਜ਼ਾਦਿਆਂ ਦਾ ਜ਼ਿਕਰ ਕੀਤਾ ਕਿ ਉਸ ਪਾਵਨ ਪਵਿੱਤਰ ਧਰਤੀ ਸਰਹੰਦ ਤੇ ਮੇਰੇ ਛੋਟੇ ਲਾਲਾਂ ਦਾ ਜਦ ਦੀਵਾਰਾਂ 'ਚ ਚਿਣਾ ਕੇ ਫਿਰ ਉਹਨਾਂ ਨੂੰ ਗਰਦਨਾਂ ਤੋਂ ਕੱਟ ਕੇ ਜਦੋਂ ਖੂਨ ਡੋਲਿਆ, ਤਦ ਤੇਰੀ ਧਰਤੀ ਪਵਿੱਤਰ ਨਹੀਂ ਹੋਈ। ਅੱਖਾਂ ਬੰਦ ਕਰ ਲਈਆਂ, ਚਰਨਾਂ ਤੇ ਟਹਿ ਪਿਆ। ਮਹਾਰਾਜ ਇਸ ਤੋਂ ਬਾਅਦ ਨਾ ਸੁਣਾਣਾ ਕੁਛ ਵੀ। ਮੈਂ ਇਸ ਕਰਕੇ ਮੈਂ ਇਹ ਚੀਜ਼ ਅੱਗੋਂ ਨਾ ਮੈਨੂੰ ਕੋਈ ਵੀ ਇਤਿਹਾਸ ਦੱਸੋ, ਕਿਉਂਕਿ ਇਤਨਾ ਪ੍ਰਭਾਵਿਤ ਹੋ ਗਿਆ ਮਹਾਰਾਜ ਤੋਂ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਬਚਨਾਂ ਦਾ ਤੀਰ ਮਾਰਿਆ ਕਿ ਭਾਈ ਇੱਕ ਮਿਰਗ ਨੂੰ ਮਾਰ ਕੇ ਬੈਰਾਗ ਹੋਣਾ ਸਿੱਖੀ ਨਹੀਂ ਹੈ। ਸਿੱਖੀ ਕੋਈ ਕਰਾਮਾਤੀ ਦੀ ਸਿੱਖੀ ਨਹੀਂ ਹੈ। ਸਿੱਖੀ ਕੋਈ ਜੰਤਰ ਮੰਤਰ ਦੀ, ਜਾਦੂ ਟੂਣਿਆਂ ਦੀ ਸਿੱਖੀ ਨਹੀਂ ਹੈ। ਘਰ-ਬਾਰ ਛੱਡਣ ਦੀ ਸਿੱਖੀ ਨਹੀਂ ਹੈ। ਸਿੱਖੀ ਹੈ ਆਪਣਾ ਆਪ ਵਾਰਨ ਦੀ ਸ਼ਹਾਦਤ। ਸ਼ਹੀਦ ਦਾ ਨਾਮ ਕੀ ਹੈ? ਸ਼ਹੀਦ ਹੁੰਦਾ ਗਵਾਹੀ, ਅਰਬੀ ਦਾ ਅੱਖਰ ਹੈ। ਇਹਦਾ ਭਾਵ ਹੀ ਇਹੀ ਹੋਈ ਹੈ ਕਿ 7 ਪ੍ਰਤੀ ਵਾਰ ਜਾਣਾ ਆਪਣੇ ਆਪ ਨੂੰ। ਸਾਧ ਸੰਗਤ, ਆਵਾਜ਼ ਕਲੀਅਰ ਆ ਰਹੀ ਹੈ ਕਿ ਮੈਂ ਨੈਟਵਰਕ ਚੇਂਜ ਕਰਦਾ? ਓਕੇ ਵਾਹਿਗੁਰੂ। ਸੋ ਸਾਧ ਸੰਗਤ, ਉਸ ਵੇਲੇ ਜਦ ਇਹ ਵਿਚਾਰਾਂ ਹੋਈਆਂ ਤੇ ਕਹਿੰਦੇ ਨੇ, ਫਿਰ ਮਹਾਰਾਜ ਕਹਿੰਦੇ ਨੇ ਤੇਰਾ ਨਾਮ ਕੀ ਹੈ? ਦੇਖੋ, ਮੇਰਾ ਨਾਮ ਜਦ ਤੱਕ ਮੇਰਾ ਨਾਮ ਹੈ, ਜਦ ਤੱਕ ਮੇਰੇ ਅੰਦਰ ਮੈਂ ਹੈ ਜੀ। ਕੋਈ ਪੁੱਛੇ ਕੌਣ? ਮੈਂ ਫਲਾਣਾ ਸਿੰਘ, ਅੱਗੇ ਮੇਜਰ ਕਰਨਲ ਲਗਾ ਕੇ ਪ੍ਰਿੰਸੀਪਲ ਪ੍ਰੋਫੈਸਰ ਲਗਾਉਂਦੇ ਆ ਨਾ। ਕਿਉਂ? ਮੈਂ ਕੋਈ ਵੀ ਰਾਈਟਰ ਦੀ ਕਿਤਾਬ ਪੜ੍ਹਨਾ ਵਾ ਨਾ, ਤੇ ਉਹਨੇ ਇੱਕ ਪਹਿਲਾਂ, ਸਭ ਤੋਂ ਪਹਿਲਾਂ ਆਪਣੀ ਫੋਟੋ, ਨਾਮ ਲਿਖਿਆ ਹੁੰਦਾ ਹੈ। ਪਰ ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ, ਮੈਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਨਮਸਕਾਰ ਕਰਨਾ। ਇਹਨਾਂ ਜਹਾਜ਼ ਗ੍ਰੰਥ ਤਿਆਰ ਕਰਨ ਤੇ ਪਹਿਲਾਂ ਵੀ ਕਿੱਥੇ ਆਪਣਾ ਨਾਮ ਨਹੀਂ ਲਿਖਿਆ, ਤੇ ਅਖੀਰ ਵਿੱਚ ਵੀ ਨਹੀਂ। ਇਹ ਜ਼ਰੂਰ ਲਿਖਿਆ, ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋ ਕਿਤੋਈ। ਮੈਂ ਨਿਰਗੁਣ ਹਾਰੇ ਕੋ ਗੁਣ ਨਾਈ, ਆਪੇ ਤਰਸ ਪਿਓਈ। ਤੋ ਸਾਧ ਸੰਗਤ, ਉਹ ਪੁੱਛਿਆ ਮਹਾਰਾਜ ਨੇ ਤੇਰਾ ਨਾਮ ਕੀ ਹੈ? ਕਹਿਣ ਲਗਾ ਬੰਦਾ।
ਤੇ ਮਹਾਰਾਜ ਦੇਖੋ ਹੁਣ ਆਪਣਾ ਆਪ ਹੀ ਭੁੱਲ ਗਿਆ। ਪਹਿਲਾਂ ਤੇ ਨਾਮ ਰੱਖਿਆ ਸੀ ਨਾ ਮਾਧੋ ਦਾਸ, ਹੁਣ ਨਾਮ ਹੀ ਭੁੱਲ ਗਿਆ। ਕਹਿੰਦਾ ਮੈਂ ਬੰਦਾ। ਤੇ ਮਹਾਰਾਜ ਕਹਿੰਦੇ ਫਿਰ ਕਿਸ ਦਾ? ਕਹਿੰਦੇ ਤੁਹਾਡਾ। ਤੇ ਮਹਾਰਾਜ ਕਹਿੰਦੇ ਨੇ ਜੀ ਮੇਰਾ ਬੰਦਾ ਹੈ ਨਾ, ਤੇ ਫਿਰ ਬੰਦਿਆਂ ਵਾਲੇ ਕੰਮ ਕਰ, ਇਹ ਛੱਡ ਲੋਕਾਂ ਨੂੰ ਭਰਮਾਉਣ ਵਾਲੇ। ਸਿੱਖੀ ਇਹਦਾ ਨਾਮ ਨਹੀਂ ਹੈ। ਜਦ ਇਹ ਗੱਲਾਂ ਸੁਣੀਆਂ ਛੋਟੇ ਸਾਹਿਬਜ਼ਾਦੇ ਦੀਆਂ, ਕਹਿੰਦਾ ਕਿਸੇ ਨੇ ਵੀ ਆਵਾਜ਼ ਨਹੀਂ ਉਠਾਈ। ਕੋਈ ਤੇ ਹੋਏਗਾ ਕਿ ਇੱਕ ਨਿਹੱਥਿਆਂ ਤੇ ਇੱਕ ਸਭ ਤੋਂ ਵੱਡਾ ਪਾਪ ਪਤਾ ਕੀ ਹੈ? ਜਿਹੜੇ ਬਾਲਕ ਨੂੰ ਹੱਤਿਆ ਕਰਨੀ। ਔਰ ਮੈਂ ਕਹਿੰਦਾ ਕਮਾਲ ਦਾ ਅੱਜ ਦਿਨ ਹੈ, ਕੋਈ ਮੈਂ ਕਹਾਂਗਾ ਕਿ ਨਾ ਭੁੰਨਣ ਵਾਲਾ ਦਿਨ ਨੇ। ਮੈਂ ਤਾਂ ਕਹਿ ਰਿਹਾ ਕਮਾਲ ਦਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਉਮਰ 7 ਸਾਲ ਹੈ, ਪਰ ਅਜੇ ਸਿੰਘ ਦੀ ਉਮਰ 4 ਸਾਲ ਹੈ। ਕਿੰਨੀ ਵੱਡੀ ਕੁਰਬਾਨੀ ਹੈ। ਔਰ ਇੱਕ ਬੱਚੇ ਦਾ ਕੀ ਕਸੂਰ ਹੋ ਸਕਦਾ ਹੈ? ਤੇ ਜਦ ਇਹ ਗੱਲ ਕਹੀ, ਕਹਿਣ ਲੱਗਾ ਮੈਂ, ਕਿਸੇ ਨੇ ਆਵਾਜ਼ ਨਹੀਂ ਉਠਾਈ। ਕਹਿੰਦੇ ਨੇ ਆਵਾਜ਼, ਕਹਿੰਦੇ ਨੇ ਮਹਾਰਾਜ ਕਹਿੰਦੇ ਨੇ ਆਵਾਜ਼ ਕਿਹਨੇ ਉਠਾਣੀ ਸੀ? ਕੋਈ ਤੇ ਜੰਗਲਾਂ ਵਿੱਚ ਬੈਠਾ ਹੋਇਆ ਸੀ, ਕੋਈ ਪਿੰਡੇ ਤੇ ਸਵਾਹ ਮਲ ਕੇ ਬੈਠਾ ਹੋਇਆ ਸੀ, ਕੋਈ ਮਾਲਾ ਫੜ ਕੇ ਬੈਠਾ ਸੀ, ਕੋਈ ਤਿਲਕ ਲਾ ਕੇ ਬੈਠਾ ਸੀ, ਕੋਈ ਕੀ ਕੰਮ ਕਰ ਰਿਹਾ ਸੀ। ਪਰ ਦੇਖੋ ਇਹ ਗੁਰੂ ਨਾਨਕ ਦੇ ਘਰ ਦੀ ਪੜ੍ਹਾਈ ਹੈ। ਜੇ ਖਾਲੀ ਤੁਹਾਡੇ ਕੋਲ ਸੱਤ ਹੈ, ਰੂਹਾਨੀਅਤ ਦਾ ਗਿਆਨ ਹੈ, ਤਾਂ ਵੀ ਅਸੀਂ ਫੇਲ ਹਾਂ। ਸੱਤ ਦੇ ਨਾਲ ਸੱਤਾ ਜ਼ਰੂਰੀ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਨਿਕਲੇ ਨਾ ਫੇਰੀਆਂ ਤੇ, 4 ਉਦਾਸੀਆਂ ਤੇ ਮਰਦਾਨੇ ਨੇ ਸੁਲਤਾਨਪੁਰ ਲੋਧੀ ਤੇ ਮਹਾਰਾਜ ਨੂੰ ਰੋਕ ਲਿਆ। ਮਹਾਰਾਜ ਜੀ ਗੱਲ ਦੱਸੋ, ਕਲਮ ਤੁਹਾਡੇ ਹੱਥ 'ਚ, ਤੁਹਾਡੇ ਹੱਥ 'ਚ ਕਾਪੀ ਏ, ਸ਼ਾਹੀ ਏ, ਸਭ ਕੁਝ ਤੇ ਸਮਝ ਆ ਰਹੀ ਹੈ, ਡੰਡਾ ਕਦੇ ਤੁਹਾਡੇ ਹੱਥ 'ਚ? ਇਹਦੀ ਸਮਝ ਨਹੀਂ ਆ ਰਹੀ, ਡੰਡਾ ਕਿਉਂ ਨਾਲ ਲੈ ਕੇ ਚੱਲ ਰਹੇ ਹੋ? ਮਹਾਰਾਜ ਕਹਿੰਦੇ ਨੇ ਇਹ ਡੰਡਾ ਸ਼ਕਤੀ ਦਾ ਪ੍ਰਤੀਕ ਹੈ। ਸ਼ਕਤੀ ਹੋਏਗੀ ਤੇ ਰਾਜ ਧਰਮ ਚਲੇਗਾ। ਜੇ ਧਰਮ ਨੂੰ ਚਲਾਉਣ ਵਾਸਤੇ ਸ਼ਕਤੀ ਜ਼ਰੂਰੀ ਹੈ। ਤਾਂ ਹੀ ਕੀ ਹੋਇਆ, ਹਿੰਦੁਸਤਾਨ ਵਿੱਚ 2000 ਸਾਲ ਲੋਕਾਂ ਨੇ, ਬਾਹਰਲਿਆਂ ਨੇ ਆ ਕੇ ਸਾਡੇ ਧਰਮ ਤੇ ਵਾਹਿਗੁਰੂ ਸਾਡੇ ਦੇਸ਼ 'ਤੇ ਰਾਜ ਕੀਤਾ। ਅਰਬੀਆਂ ਨੇ, ਇਰਾਨੀਆਂ ਨੇ, ਸਾਡੇ ਅਫਗਾਨੀਆਂ ਨੇ, ਡੱਚ ਨੇ, ਅੰਗਰੇਜ਼ਾਂ ਨੇ, ਮੁਗਲਾਂ ਨੇ ਆ ਕੇ ਸਾਡੇ ਉੱਤੇ ਰਾਜ ਕੀਤਾ ਨਾ। ਕਿਉਂਕਿ ਉਹਨਾਂ ਦਾ ਕੰਮ ਸੀ ਸਾਡਾ, ਅਸੀਂ ਰੂਹਾਨੀਅਤ ਦਾ ਗਿਆਨ ਲੈਣਾ, ਘਰ-ਬਾਰ ਛੱਡ ਦਿਓ। ਇੱਥੋਂ ਤੱਕ ਇੰਨੀ ਬੇਪੱਤੀ ਹੋਈ ਇਸੇ ਖਾਲੀ ਕਿਉਂਕਿ ਆਰਥਿਕ, ਸਮਾਜਿਕ, ਰਾਜਨੀਤਿਕ ਵੱਲ ਅਸੀਂ ਗਏ ਹੀ ਨਹੀਂ। ਅਸੀਂ ਸਿਰਫ ਰੂਹਾਨੀਅਤ ਦਾ ਗਿਆਨ, ਪਰਮਾਤਮਾ ਦੀ ਪ੍ਰਾਪਤੀ ਪਾਉਣ ਵਾਸਤੇ ਚਲੇ ਗਏ, ਜਿਹਦੇ ਕਰਕੇ ਸਾਨੂੰ ਲਾਸ ਕੀ ਹੋਇਆ? ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਉਸ ਗਜਨੀ ਦੇ ਬਾਜ਼ਾਰਾਂ ਵਿੱਚ ਵਿਕਣ ਲੱਗ ਪਈ। ਗੁਰੂ ਪਾਤਸ਼ਾਹ ਨੇ ਆ ਕੇ ਡੰਡਾ ਦਿਖਾਇਆ ਕਿ ਭਾਈ ਜਿੱਥੇ ਸੰਤ ਹੈ ਉੱਥੇ ਸਿਪਾਹੀ ਦੀ ਲੋੜ ਹੈ। ਜੇ ਅੱਜ ਡੰਡਾ ਨਾ ਹੁੰਦਾ, ਅੱਜ ਸ੍ਰੀ ਸਾਹਿਬ ਨਾ ਨਿਕਲਦੀ, ਤੇ ਅੱਜ ਪਤਾ ਨਹੀਂ ਅਸੀਂ ਸਾਡੀ ਕੰਟਰੀ ਦਾ ਨਾਮ ਉਜ਼ਬੇਕਿਸਤਾਨ ਤੇ ਅਫਗਾਨਿਸਤਾਨ ਤੇ ਪਤਾ ਨਹੀਂ ਕਿਹੜਾ ਕਿਹੜਾ ਨਾਮ ਹੋਣਾ ਸੀ। ਤੇ ਇੱਥੇ ਕੋਈ ਹਿੰਦੂ, ਅਸੀਂ ਜਿਹੜਾ ਕਹਿੰਦੇ ਨਾ ਗਰਵ ਸੇ ਕਹੋ ਹਿੰਦੂ ਹੈ, ਅਸੀਂ ਕਹਿੰਦੇ ਆ ਮਾਨ ਨਾ ਕਹੋ ਸਿੱਖਾਂ। ਨਾ ਹਿੰਦੂ ਹੋਣਾ ਸੀ, ਨਾ ਸਿੱਖ ਹੋਣਾ ਸੀ, ਕੋਈ ਨਹੀਂ ਹੋਣਾ ਸੀ। ਮਹਾਰਾਜ ਨੇ ਮੀਰੀ ਤੇ ਪੀਰੀ ਦੀਆਂ ਤਲਵਾਰਾਂ, 2 ਕਿਰਪਾਨਾਂ ਪਾ ਕੇ ਇਹ ਦੱਸ ਦਿੱਤਾ ਕਿ ਸਾਡੀ ਰੱਖਿਆ ਅਸੀਂ ਆਪ ਕਰਨੀ ਹੈ। तो फिर उस वेले सत नूं कायम रखण वास्ते सत्ता दी लोड़ है। जिहदे कोल ताकत नहीं वो सत भी नहीं चला सकदा। कारण यही सी, सत हिंदुस्तान विच सी बहुत, सतवादी बहुत सन, पर अहिंसावादी ज़्यादा होने करके, हाथी सत्ता ना होने करके असी गुलाम रहे। तो ये गुलामी दियां जंजीरां, ये वजह ਜਿਹੜੇ ਅੱਜ ਯੋਧਿਆਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਇਹਨਾਂ ਨੇ ਗੁਲਾਮੀ ਦੀਆਂ ਜੰਜੀਰਾਂ ਤੋਂ ਸਾਨੂੰ ਜਕੜਿਆ ਹੋਏ ਨੂੰ ਕੱਢਿਆ ਬਾਹਰ। ਉਸ ਵੇਲੇ ਫਿਰ ਮਹਾਰਾਜ ਨੂੰ ਕਹਿੰਦਾ ਜੀ ਮੈਨੂੰ ਸਿੱਖ ਬਣਾਓ। ਮਹਾਰਾਜ ਕਹਿੰਦੇ ਨੇ ਸਿੱਖ ਬਣਾਉਣ ਵਾਸਤੇ ਅੰਮ੍ਰਿਤ ਪਾਨ ਕਰਨਾ ਪੈਂਦਾ ਹੈ, ਕਿਉਂਕਿ ਜਿਹੜਾ ਵੀ ਗੁਰੂ ਦਾ ਸਿੱਖ ਬਣੇਗਾ ਉਹਨੂੰ ਸਭ ਤੋਂ ਪਹਿਲਾਂ ਅੰਮ੍ਰਿਤ ਦੀ ਦਾਤ ਲੈਣੀ ਪਏਗੀ। ਸੋ ਪਹਿਲੀ ਵਾਰੀ ਮਹਾਰਾਜ ਨੇ ਅਨੰਦਪੁਰ ਸਾਹਿਬ ਵਿਖੇ 5 ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ। ਤੇ ਇੱਕ ਅਖੀਰ ਦੇ ਵਿੱਚ, ਅਖੀਰਲੇ ਸਮੇਂ ਵਿੱਚ ਮਹਾਰਾਜ ਨੇ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਕੇ ਭਾਈ ਬਖਸ਼ੀਸ਼ ਸਿੰਘ ਬਣਾਇਆ, ਜਿਹੜਾ ਬਹਾਦਰ ਹੋਣ ਦੇ ਕਰਕੇ ਉਹਦਾ ਨਾਮ ਪ੍ਰਚਲਿਤ ਹੋਇਆ, ਉਹ ਬੰਦਾ ਸਿੰਘ ਬਹਾਦਰ ਹੋਇਆ। ਦੇਖੋ ਸਿੱਖ ਹਿਸਟਰੀ ਵਿੱਚ 3 ਬਹਾਦਰ ਨਾਮ ਆਉਂਦੇ ਨੇ,
3 ਬਹਾਦਰ। ਇੱਕ ਹਰਗੋਬਿੰਦ ਪਾਤਸ਼ਾਹ ਦੇ ਸਮੇਂ ਬਿਧੀ ਚੰਦ ਜਦੋਂ ਯੁੱਧ ਜਿੱਤਿਆ ਤੇ ਮਹਾਰਾਜ ਨੇ ਨਾਮ ਰੱਖਿਆ ਬਹਾਦਰ ਬਿਧੀ ਚੰਦ, ਇੱਕ ਬਹਾਦਰ ਤੇ ਹੈ ਨੇ। ਉਸ ਤੋਂ ਬਾਅਦ ਜਦੋਂ ਗੁਰੂ ਤੇਗ ਬਹਾਦਰ ਬਾਬਾ ਜੀ ਨੇ ਵੀ ਜੰਗ ਦੇ ਵਿੱਚ ਬਹਾਦਰੀ ਦੇ 11 ਸਾਲ ਦੀ ਉਮਰ ਵਿੱਚ ਬਹਾਦਰੀ ਦੇ ਕਾਰਜ ਕੀਤੇ, ਉਸ ਵੇਲੇ ਵੀ ਉਹਨਾਂ ਦਾ ਨਾਮ ਤਿਆਗਮਲ ਤੋਂ ਤੇਗ ਬਹਾਦਰ ਰੱਖਿਆ, ਦੂਜੇ ਬਹਾਦਰ। ਤੇ ਤੀਜਾ ਖਿਤਾਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ, ਕਿਉਂਕਿ ਉਹਦੇ ਡੋਲਿਆਂ ਵਿੱਚ, ਉਹਦੇ ਕੰਧਿਆਂ ਵਿੱਚ ਉਹ ਤਾਕਤ ਸੀ, ਉਹ ਜਜ਼ਬਾ ਸੀ ਕਿ ਜ਼ੁਲਮ ਦਾ, ਜ਼ਾਲਮ ਦਾ ਟਾਕਰਾ ਕਰ ਸਕੇ। ਤੋ ਇਹ ਇਤਿਹਾਸ ਇੱਥੋਂ ਆਰੰਭ ਹੁੰਦਾ ਹੈ। ਮਹਾਰਾਜ ਨੇ 5 ਪਿਆਰਿਆਂ ਦੇ ਰੂਪ ਵਿੱਚ ਆਪ ਉਸ ਨੂੰ ਅੰਮ੍ਰਿਤ ਪਾਨ ਕਰਵਾਇਆ। ਬੰਦਾ ਸਿੰਘ ਬਹਾਦਰ ਦੇ ਨਾਮ ਤੋਂ ਸਾਧ ਸੰਗਤ ਇਹ ਪ੍ਰਚਲਿਤ ਹੋਇਆ। 1 ਮਹੀਨਾ ਫਿਰ ਉਸ ਧਰਤੀ ਤੇ ਰਿਹਾ। ਜਦੋਂ ਚੱਲਣ ਲੱਗਾ ਮਹਾਰਾਜ ਨੇ ਥਾਪੜਾ ਦਿੱਤਾ। ਬੜੇ ਧਿਆਨ ਨਾਲ ਹੁਣ ਸਰਵਨ ਕਰਨਾ, ਹੁਣ ਇਤਿਹਾਸ ਫਿਰ ਆਰੰਭ ਹੋਣਾ ਹੈ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਕੋਈ ਕੰਮ ਕਾਜ ਕਰ ਰਹੇ ਹੋ ਉਸ ਨੂੰ ਸੰਕੋਚ ਕਰ ਲਓ, ਮਨ ਬਿਰਤੀ ਜੂਰ ਇਕਾਗਰ ਕਰੋ। ਤੁਹਾਡਾ ਸੁਣਿਆ ਮੇਰਾ ਸੁਣਾਇਆ ਤਾਂ ਹੀ ਸਫਲਾ ਹੈ। ਤੋ ਉਸ ਵੇਲੇ ਮਹਾਰਾਜ ਨੇ ਥਾਪੜਾ ਦਿੱਤਾ, ਜਿਹਦੇ ਵਿੱਚ 5 ਤੀਰ ਦਿੱਤੇ, ਇੱਕ ਨਗਾਰਾ, ਇੱਕ ਨਿਸ਼ਾਨ ਸਾਹਿਬ ਤੇ 5 ਸਿੱਖ ਨਾਲ ਜਿਹੜੇ ਭੇਜੇ, ਭਾਈ ਵਿਨੋਦ ਸਿੰਘ ਜੀ, ਭਾਈ ਫਤਿਹ ਸਿੰਘ ਜੀ, ਭਾਈ ਕਾਨ ਸਿੰਘ ਜੀ, ਭਾਈ ਰਣ ਸਿੰਘ ਜੀ ਤੇ ਭਾਈ ਰਾਮ ਸਿੰਘ ਜੀ। ਇਹ 5 ਪਿਆਰੇ, ਕਿ ਤੁਸੀਂ 5 ਪਿਆਰਿਆਂ ਦੀ ਅਗਵਾਈ ਵਿੱਚ ਚੱਲਣਾ ਹੈ, ਕਿਉਂਕਿ 5 ਵਿੱਚ 5 ਪਰਵਾਨ 5 ਪ੍ਰਧਾਨ। ਕਿਉਂਕਿ ਮਹਾਰਾਜ ਨੂੰ ਨੇ ਇਹ ਸਮਝਾ ਵੀ ਦਿੱਤਾ ਕਿ ਮਤ ਕੋਈ ਭੁਲੇਖੇ ਵਿੱਚ ਰਵੇ ਕਿ ਬੰਦਾ ਸਿੰਘ ਬਹਾਦਰ ਸਾਡੇ ਗੁਰੂ ਨੇ, ਉਹ ਥਾਪੜੇ ਹੋਏ ਨੇ, ਉਹ ਇੱਕ ਸਤਿਕਾਰਯੋਗ ਨੇ, ਪਰ ਜਦੋਂ ਚੱਲਣ ਲੱਗੇ, ਪਰ ਸਿਫਤ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ, ਉਹਨੇ ਇੱਕ ਵਾਰੀ ਵੀ ਮੁਖ ਤੋਂ ਨਹੀਂ ਆਖਿਆ ਮਹਾਰਾਜ ਤੁਸੀਂ ਇੰਨੇ ਵੱਡੇ ਜ਼ਾਲਮ ਜ਼ਕੀਰ ਖਾਂ, ਵਜ਼ੀਰ ਖਾਂ, ਸਰਹੰਦ ਦੇ ਉਸ ਮੁਗਲ ਬਾਦਸ਼ਾਹ ਨੂੰ ਮੈਨੂੰ ਟੱਕਰ ਦੇਣ ਵਾਸਤੇ ਭੇਜ ਰਹੇ ਹੋ, ਤੇ ਇਹ ਸਿਰਫ 5 ਤੀਰ, ਨਗਾਰਾ, ਇੱਕ ਨਿਸ਼ਾਨ ਸਾਹਿਬ ਤੇ 5 ਸਿੱਖਾਂ ਨਾਲ ਮੈਨੂੰ ਤੁਸੀਂ ਇੰਨੀ ਵੱਡੀ ਫੌਜ ਜਿਹੜੀ ਹਿੰਦੁਸਤਾਨ ਵਿੱਚ ਲੱਖਾਂ ਦੀ ਤਾਦਾਦ ਤੇ, ਉਹਦੇ 32 ਕਸਬੇ ਸਨ ਜਿੱਥੇ ਉਹਦਾ ਰਾਜ ਸੀ, 32 ਕਸਬੇ, ਮੈਨੂੰ ਉਸ ਜਗ੍ਹਾ ਤੇ ਭੇਜ ਰਹੇ ਹੋ। ਪਰ ਮਹਾਰਾਜ ਨੇ ਜਿਹੜਾ ਥਾਪੜਾ ਦਿੱਤਾ ਨਾ, ਉਹਦੇ ਵਿੱਚ ਇੱਕ ਗੱਲ ਕਹੀ, ਕਿਉਂਕਿ ਥਾਪੜੇ ਵਿੱਚ ਹੀ ਸਾਰਾ ਕੁਝ ਹੈ। ਕਹਿੰਦਾ ਜਿਸ ਦੇ ਹੋਵੇ ਵੱਲ ਉਹ ਕਦੇ ਨਾ ਹਾਰਦਾ, ਜਾਂ ਇਸ ਤਰ੍ਹਾਂ ਕਹਿ ਲਓ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਉਛੰਦਾ, ਤੂੰ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਮਹਾਰਾਜ ਨੇ ਕਿਹਾ ਹੋਰ ਤੇ ਸਭ ਜਗ੍ਹਾ ਜਾਣਾ ਹੀ, ਪਰ ਇੱਕ ਸਿਢੋਰੇ ਦੀ ਧਰਤੀ ਤੇ ਜ਼ਰੂਰ ਜਾਏ। ਉੱਥੇ ਮੇਰਾ ਬੜਾ ਪਿਆਰ ਵਾਲਾ ਸਿੱਖ ਰਹਿੰਦਾ ਸੀ, ਨਾ ਕਸਾਰਾ ਸਾਰ ਗੁਰਗੋਬਿੰਦ ਸਿੰਘ, ਭਾਈ ਬੁੱਧੂ ਸ਼ਾਹ। ਉਹ ਥਾਪੜਾ ਦਿੱਤਾ, ਥਾਪੜੇ ਵਿੱਚ ਹੀ ਕਿਰਪਾ ਸੀ, ਜਿਹਨੂੰ ਕਹਿੰਦੇ ਨੇ ਗੁਰਪ੍ਰਸਾਦ। ਲੈ ਕੇ ਚੱਲਣ ਲਗਾ, ਨਿਕਲ ਗਿਆ ਉੱਥੋਂ, ਮਹਾਰਾਜ ਦਾ ਆਸ਼ੀਰਵਾਦ ਲਿਆ, 5 ਸਿੰਘ ਨਾਲ। ਔਰ ਦੇਖੋ ਮਹਾਰਾਜ ਨੇ ਇਹ ਭਰਮ ਵੀ ਕੱਢ ਦਿੱਤੇ। ਜਦੋਂ ਉਹ ਚੱਲਿਆ ਉੱਥੋਂ ਦੀ 1708 ਵਿੱਚ, ਉਸ ਤੋਂ ਕਰੀਬ 3-4 ਦਿਨ ਮਹਾਰਾਜ ਬਾਅਦ ਹੀ ਜੋਤੀ ਜੋਤ ਸਮਾ ਗਏ। 3 ਜਾਂ 4 ਦਿਨ ਦਾ ਖੇਡ ਹੈ ਸਾਰੀ। ਕਿਉਂਕਿ ਜਦੋਂ ਨਿਕਲਿਆ ਤੇ ਮਹਾਰਾਜ ਨੰਦੇੜ ਧਰਤੀ ਤੇ ਸਨ। ਉੱਥੇ ਵਜੀਦ ਖਾਨ ਨੇ 2 ਜਸੂਸ ਭੇਜੇ, ਜਮਸ਼ੈਦ ਖਾਂ ਤੇ ਗੁਲ ਖਾਂ। ਉਹ ਇਸ ਕਰਕੇ ਭੇਜੇ ਸਨ
कि मौका ताड़ के महाराज दे नूं कतल कर देना। देखो शहीद किनू कहंदे ने, मैं एक गल कह के फिर अगे चलां। भारत पाकिस्तान की जंग हो रही है, जदों जंगी बंदे मारे जाते हैं, साडे मरदे ने, असीं कहने आ शहीद हो गए ने। पाकिस्तान दे मरदे ने, असीं कहंदे ने, खबर आंदियां ने इतने मरे ने, असीं कहने साडे शहीद होए ने। यही हाल पाकिस्तान विच हुंदा है या चाइना विच हुंदा है कि इस जंग में हमारे शहीद हुए, हिंदुस्तान के मर गए इतने। हुण कमाल दी गल सोचण दी है, शहीद वो ने कि ऐ ने। हुण रब दे अगे जदों ये दोनों केस जाने ने, दोनों धड़ियां दे बंदे जाने ने, रब शहीद किनू घोषित करेगा? फिर ध्यान देना, असीं ते क्या वो मर गए ने पाकिस्तान वाले, साडे शहीद होए ने, है जंग है। ते रब वास्ते फिर ये मुश्किल पै गई कि किहड़ा शहीद है। पर शहीदियां साध संगत मैं पहला कहा सी, सवेरे भी यहूदी भी शहीद होए ने, उन्होंने जबरदस्ती सुटिया गया, भट्ठियां दे विच जला दिता गया, कोई ऑप्शन नहीं। पर साडे सिखां नूं गुरु साहिबां ने एक ऑप्शन दिता सी, भाई ये धर्म जे धर्म अपना लो या इस्लाम या मौत। इस सिद्धांत तो हटे नहीं, ना मौत नूं एक्सेप्ट कर लिया, पर अपने धर्म तो नहीं हटे। तो ये सिद्धांत ने उस वेले ये दोनों जासूसां ने की किया, मौका पा के गुल खाने छुरा कढ़ के महाराज कल्ले वेख के ते वक्खी विच छुरा खोप दिता। जो ही गुरु गोबिंद सिंह महाराज दे छुरा लग्या, सिख आ गए, दोनों नूं फिर उत्थे ही सोध दिता, झटका दिता। पर जख्म बहुत गहरा सी, अंदर तक छुरा चला गया सी। बहुत वड्डे वैद नूं बुलाया गया। उस वेले महाराज दी पट्टियां हुईयां, एक दिन दो दिन पट्टी हुई, अंदर जख्म कच्चा सी। कोई सिख आया, उसने तीर कमान लियाया तो उसने अजमान वास्ते महाराज नूं दिता, बई ये तीर कमान चैक करो। जदों चैक किया, महाराज ने जोर लग्या, अंदरों टांके खुल गए, अंदरों कच्चा सी। उस वेले महाराज उत्थे फिर ज्योति जोत समा गए। ये गल बाबा बंदा सिंह बहादुर नूं 20 दिन बाद जाके जदों इत्थों चल के दिल्ली नूं सोनीपत वाल जा रहे सन, रस्ते विच पता लग्या कि महाराज अकाल चलाना कर गए। वाहिगुरू ज्योति जोत समा गए और अपनी जोत श्री गुरु ग्रंथ साहिब विच टका गए ने। ते फिर वापस आना मुमकिन नहीं सी, क्योंकि हुण उन्हां कोल कहा जी हुण असीं कोई सलाह लैनी होएगी, कोई गल करनी होएगी ते किहदे कोल जाइए। देखो कितनी वड्डी गल है, जे कोई हुण सानूं लोड़ पै जाए गुरु साहिब दी, असीं किहदे कोल जावांगे। ते उस वेले बाबा बंदा सिंह बहादुर ने सोचिया, सब तो पहलां तो मैं वो बचन कमाना है जिहड़ा सरहंद दे उस वजीदे नूं जब तक मैं सोध नहीं लांगा, महाराज दा बचन पूरा नहीं होएगा। वो जिहड़ी दृढ़ता सी ना अंदर होर मजबूत हो गई। अगों चले सोनीपत दे इलाके विच महाराज दे बाबा बंदा सिंह बहादुर सिख कुछ सिख नाल मिलते रहे, तो कुछ ऐसा भी होया कि उहदे नाल नाल कई साध संगत सिख टोलियां भी उन्हां दे नाल चल पईयां। ते चलदे चलदे साध संगत हुण रस्ते विच लंगर पानी की भी लोड़ हुंदी है, ते भरोसा पूरा सी, सिख ज़्यादा हुंदे गए। पर एक दिन समा आया कुछ भी नहीं सी। उस वेले बाबा बंदा सिंह बहादुर ने बाणी पढ़ के धन गुरु गोबिंद सिंह महाराज के चरणों में अरदास की, सच्चे पिता किरपा करो, अन्न का दाना नहीं है, ना कोई माया दे के महाराज ने भेजा है, थापड़ा सी। हले अरदास पूरी नहीं हुई, एक सिख आ गया, बहुत मोहरां लैके ते बाबा बंदा सिंह बहादुर के अगे रखियां महाराज दे, लो जी ये मोहरा मेरा दसवंत है। तो उस वेले महाराज बाबा बंदा सिंह बहादुर के अखां विचों अंजू आ गए कि गुरु गोबिंद सिंह महाराज तुसी शरीर करके भावें चले गए हो, पर जोत करके मेरे नाल ही हो तुसी।
ਉਹ ਮੋਹਰਾਂ ਦੇ ਨਾਲ ਲੰਗਰ ਛਕਾਇਆ, ਅੱਗੇ ਗਏ। ਇੱਕ ਸਮਾਂ ਫੇਰ ਆਇਆ, ਸਮਾਂ ਐਸਾ ਆਇਆ ਕਿ ਉਸ ਸਮੇਂ ਦੇ ਵਿੱਚ ਫੇਰ ਉਹਨਾਂ ਕੋਲ ਕੁਛ ਨਹੀਂ ਸੀ। ਤੁਸੀਂ ਪੁਰਾਤਨ ਸਮੇਂ ਦੇਖੋ, ਹੁਣ ਤੇ ਚੁੱਲ੍ਹੇ ਅਸੀਂ ਉੱਤੇ ਬਾਲ ਕੇ, ਕਈ ਪੁਰਾਤਨ ਸਮੇਂ ਨਾ ਇੱਕ ਸਭ ਤੋਂ ਪਹਿਲਾਂ ਛੋਟੇ ਹੁੰਦੇ ਸੀ ਨਾ, ਜ਼ਮੀਨ ਨੂੰ ਖੋਦ ਕੇ ਚੁੱਲ੍ਹਾ ਕੱਢਦੇ ਸੀ, ਟੋਇਆ ਕਰ ਦਿੰਦੇ ਨਾ ਉੱਤੇ, ਫਿਰ ਲੱਕੜਾਂ ਵਿੱਚ ਰੱਖ ਕੇ ਤੇ ਇਸ ਤਰ੍ਹਾਂ ਚੁੱਲ੍ਹਾ ਬਾਲਦੇ ਸਨ। ਅਰਦਾਸ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਨੇ, ਚੁੱਲ੍ਹਾ ਖੋਦਣ ਵਾਸਤੇ ਧਰਤੀ ਪੱਟੀ ਜਾਂ ਥੋੜ੍ਹੀ ਥੱਲੇ ਕੀਤੀ, ਥੱਲੇ ਮੋਹਰਾਂ ਦੀ ਥੈਲੀ ਮਿਲ ਗਈ। ਤੋ ਇਸ ਸਮੇਂ ਗੁਰੂ ਨਾਨਕ ਗੋਬਿੰਦ ਸਿੰਘ ਮਹਾਰਾਜ ਨੇ ਉਹਨੂੰ ਪ੍ਰਤੱਖ ਦਿਖਾ ਦਿੱਤਾ ਕਿ ਬੰਦਾ ਸਿੰਘ ਬਹਾਦਰ, ਤੇਰੇ ਨਾਲ ਉਹ ਗੁਰੂ ਹੈ ਜਿਹੜਾ ਗੱਲਬਾਤੀ ਵਾਲਾ ਨਹੀਂ ਹੈ, ਜਿਹਨੇ ਥਾਪੜਾ ਦਿੱਤਾ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਤੇਰੇ ਨਾਲ ਆ ਮੈਂ, ਤੂੰ ਯਾਦ ਤੇ ਕਰ ਮੈਨੂੰ। ਤੇ ਉਸ ਵੇਲੇ ਸਾਧ ਸੰਗਤ, ਇਸ ਨੇ ਫਿਰ ਸਾਰੀਆਂ ਜਥੇਬੰਦੀਆਂ ਨੂੰ, ਹਾਲਾਂਕਿ ਚਿੱਠੀ ਪਾ ਨਹੀਂ ਸਕਦਾ ਸੀ, ਕਿਉਂਕਿ ਚਿੱਠੀ ਪਾਉਂਦਾ ਤੇ ਜਿਹਦੇ ਘਰਾਂ 'ਚ ਜਾਣੀ ਸੀ ਉਹ ਸਿੱਖਾਂ ਦੇ ਘਰਾਂ 'ਚ ਜਾਣੀ ਸੀ, ਤੇ ਜੇ ਆਪਣਾ ਨਾਮ ਨਾ ਲਿਖਦਾ ਬਾਹਰੋਂ ਲਿਖਵਾ ਕੇ ਵੀ ਭੇਜ ਦਿੰਦਾ, ਪਰ ਜਿਨ੍ਹਾਂ ਦੇ ਘਰਾਂ 'ਚ ਚਿੱਠੀ ਜਾਣੀ ਸੀ ਤੇ ਉਹ ਫਿਰ ਸਿੱਖ, ਉਸ ਵੇਲੇ ਸਮਾਂ ਐਸਾ ਸੀ ਕਿ ਸਿੱਖਾਂ ਦੇ ਉੱਤੇ ਮੁੱਲ ਸੀ ਸਿਰਾਂ ਦੇ, ਤੇ ਉਸ ਵੇਲੇ ਫਿਰ ਜਾ ਕੇ ਸਿੱਖਾਂ ਨੂੰ ਉਹ ਹੁਕਮਨਾਮੇ ਭੇਜੇ ਤੇ ਸਾਰੀ ਸਿੱਖਤ ਇਕੱਠੀਆਂ ਹੁੰਦੀਆਂ ਗਈਆਂ। ਮੈਂ ਗੱਲ ਨੂੰ ਛੋਟੀ ਕਰਾਂ, ਸਭ ਤੋਂ ਪਹਿਲਾ ਜਿਹੜਾ ਅਟੈਕ ਹੋਇਆ ਨਾ, ਸਮਾਨੇ ਦੀ ਧਰਤੀ ਤੇ ਹੋਇਆ ਹੈ। ਇਹਦੇ 3 ਕਾਰਨ ਸੀ। ਇੱਥੇ ਪਤਾ ਕੌਣ ਵਸਨੀਕ ਸੀ 3 ਜਗ੍ਹਾ, ਇਸ ਜਗ੍ਹਾ ਦੇ ਵਿੱਚ, ਕਿਉਂਕਿ 4-5 ਜਗ੍ਹਾ ਦੇ ਪੜਾਅ ਆਉਣਗੇ। ਮੈਂ ਅੱਜ ਇੱਥੇ ਤੱਕ ਸਾਂਝ ਕਰਾਂਗਾ, ਜਿਹੜੀ ਸ਼ਹਾਦਤ ਹੈ ਉਸ ਸ਼ਾਮ ਦੇ ਦੀਵਾਨੀ ਸਾਂਝ ਕਰਾਂਗੇ। ਤੋ ਜਿਹੜੀ ਸਮਾਨੇ ਦੀ ਧਰਤੀ ਹੈ, ਸਭ ਤੋਂ ਪਹਿਲਾਂ ਇਸ ਧਰਤੀ ਤੇ ਪਤਾ ਕੌਣ ਰਹਿੰਦਾ ਸੀ? ਉਹ ਸ਼ਖਸ ਸੀ ਜਲਾਲੁਦੀਨ, ਜਿਨੇ 11 ਨਵੰਬਰ ਸਨ 1675 ਵਿਖੇ ਚਾਂਦਨੀ ਚੌਕ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਿਰ ਕਲਮ ਕੀਤਾ ਸੀ। ਭਾਵੇਂ ਉਹ ਮੁਲਾਜ਼ਮ ਸੀ, ਪਰ ਉਹਨੇ ਇੱਕ ਗੱਲ ਕਹੀ ਸੀ, ਤੇਗ ਬਹਾਦਰ, ਮੇਰੇ ਵਰਗਾ ਕੋਈ ਖਾਨਦਾਨੀ ਜ਼ਲਾਦ ਨਹੀਂ ਹੋਏਗਾ। ਠੀਕ ਹੈ, ਮੁਲਾਜ਼ਮ ਹੈ ਤੂੰ, ਮੈਂ ਬੜੇ ਨੂੰ ਸ਼ਹੀਦ, ਬੜੇ ਉਹ ਮਸ਼ਹੀਦ ਨਹੀਂ ਕਹਿੰਦੇ, ਉਹ ਬੜਿਆਂ ਨੂੰ ਮਾਰਿਆ ਮੈਂ, ਪਰ ਮੇਰੀ ਕਦੀ ਵੀ ਤਲਵਾਰ ਵਾਰ ਕਰਨ ਵਕਤ ਕਦੀ ਕੰਮਿਆ ਨਹੀਂ ਮੇਰਾ ਹੱਥ। ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ, ਤੂੰ ਖਾਨਦਾਨੀ ਸ਼ਹੀਦ ਹੈ ਤੇ ਮੈਂ ਵੀ ਫਿਰ ਖਾਨਦਾਨੀ, ਤੂੰ ਜਲਾ ਦੇ ਤੇ ਮੈਂ ਵੀ ਖਾਨਦਾਨੀ ਸ਼ਹੀਦ ਹਾਂ। ਮੇਰੇ ਵੀ ਦਾਦਾ ਗੁਰੂ ਅਰਜਨ ਦੇਵ ਮਹਾਰਾਜ ਨੇ ਤੱਤੀ ਤਵੀ ਤੇ ਬੈਠ ਕੇ, ਅਸੀਂ ਵੀ ਸ਼ਹਾਦਤਾਂ ਦੀ ਉਸ ਪੀੜ੍ਹੀ ਦੇ ਵਿੱਚੋਂ ਹਾਂ। ਤੇ ਇੱਕ ਤੇ ਰਹਿੰਦਾ ਸੀ ਜਲਾਲੁਦੀਨ, ਦੂਜਾ ਰਹਿੰਦਾ ਸੀ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ, ਜਿਨ੍ਹਾਂ ਨੂੰ ਜਦ ਦੀਵਾਰਾਂ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਚਿਣਿਆਇਆ ਗਿਆ ਨਾ, ਚਿਣੇ ਗਏ ਤੇ ਵੇਖਿਆ, ਜਦ ਬਾਹਰ ਕੱਢਿਆ ਤੇ ਕੁਝ ਸਾਹ ਹੈਗੇ ਸਨ ਸਾਹ, ਤੇ ਉਹ ਤੜਫ ਰਹੇ ਸਨ। ਤੇ ਤੜਫਦੇ ਕੋਈ ਆਵਾਜ਼ ਦਿੱਤੀ ਉਸ ਕਾਜੀ ਨੇ, ਕੋਈ ਹੈ ਐਸਾ ਜਿਹੜਾ ਇਹਨਾਂ ਦੀਆਂ ਗਰਦਨਾਂ ਕਲਮ ਕਰ ਦੇ। ਤੇ ਉਸ ਵੇਲੇ ਕੋਈ ਨਹੀਂ ਉੱਠਿਆ। ਇਹ 2 ਭਰਾ ਉੱਠੇ, ਕਿਉਂ? ਇਹਨਾਂ ਦੇ ਕੇਸ ਕਤਲ ਦੇ ਉਸ ਵਜੀਦੇ ਦੀ ਕਚਹਿਰੀ ਤੇ ਚੱਲ ਰਹੇ ਸਨ, ਤੇ ਇਹਨਾਂ ਨੇ ਹੱਥ ਖੜਾ ਕੀਤਾ, ਇਹ ਕੰਮ, ਇਹ ਪਾਪ ਕਹਿ ਲਓ ਕਿ ਇਹ ਮੈਂ ਕਰਾਂਗੇ, ਅਸੀਂ ਕਰਾਂਗੇ, ਪਰ ਇੱਕ ਸ਼ਰਤ ਹੈ, ਸਾਡੇ ਦੋਨਾਂ ਦੇ ਕੇਸਾਂ ਤੋਂ ਬਰੀ ਕਰ ਦਿਓ। ਤੇ ਉਸ ਵੇਲੇ ਇਹ ਜਿਹੜਾ ਸਭ ਤੋਂ ਮਾੜਾ ਕੰਮ ਸੀ, ਇਹ 2 ਭਰਾਵਾਂ ਨੇ ਕੀਤਾ। ਤੇ ਉਸ ਵੇਲੇ ਲੈ ਕੇ ਛੁਰੀ ਤੇ ਗਰਦਨ ਤੋਂ ਇਹਨਾਂ ਦੋਨੋਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹਾਦਤ ਦਾ ਜਾਮ ਪਿਲਾਇਆ। ਤੀਜਾ ਇੱਥੇ ਰਹਿੰਦਾ ਸੀ ਹੁਸੈਨ। ਉਹ ਪਤਾ ਕੌਣ ਸੀ? ਉਹ ਸ਼ਖਸ ਸੀ ਜਿਨੇ ਅਨੰਦਪੁਰ ਦੀ ਧਰਤੀ ਤੋਂ ਜਦੋਂ ਕਿਲਾ ਖਾਲੀ ਕਰਵਾਉਣਾ ਸੀ ਨਾ, ਇਹ ਕੁਰਾਨ ਲੈ ਕੇ ਮਹਾਰਾਜ ਕੋਲ ਗਿਆ ਤੇ ਕੁਰਾਨ ਦੀ ਕਸਮ ਖਾਧੀ ਸੀ ਕਿ ਮਹਾਰਾਜ, ਮੈਂ ਕੁਰਾਨ ਦੀ ਕਸਮ ਖਾਨਾ, ਤੁਸੀਂ ਕਿਲਾ ਖਾਲੀ ਕਰ ਦਿਓ, ਤੁਹਾਡੇ ਕਿਸੇ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਹੋਏਗਾ। ਪਰ ਮੈਂ ਕਹਿੰਦਾ,
जे अज तक किसी कुरान दे उत्ते किसी ने कुरान की इज्जत की है, कुरान का सत्कार किया है, वो गुरु गोबिंद सिंह महाराज ने किया है, जिन्हों ने कुरान की कसम समझ के भी किला खाली करता। भावें वो जालमा ने पिछे फौजां ला दित्तियां, मुकर गए, कईयां ने गऊ बना के आटे दी ओदी भी कसम खाधी, वो भी मुकर गए। पर महाराज नूं पुछया सी, जे तुहानूं पता सी, महाराज कहंदे ने उन्होंने कुरान की कसम खाधी है, उन्हां दा करम है। साडा करम है असी किसी दूजे धार्मिक ग्रंथ का सत्कार करना। ते उस वेले ये तीनों उत्थे रहिंदे सन, ते 22 जिहड़े बहुत ही अमीर आदमी सन, जिन्हां कोल समझ लो सब तो ज़्यादा पैसा सी हिंदुस्तान के अंदर, ये 22 बंदे शरीर उत्थे रहिंदे सन, जिहड़े ये पालकी ते आंदे सन। उस वेले बंदा बहादुर ने उस समाणे की धरती ते हमला करके इन्हां नूं साध संगत मौत दे घाट उतारिया, और किले विच सन, वो किले नूं भ्रष्ट कर दिता, और उस किले का नाश करके इन्हां तिन्हां दा वो बदला लिया जिहड़ा गुरु साहब दे समय इन्हां ने अत दे पाप कीते हुए सन। इत्थों चल के महाराज फिर होर भी बड़े शरीर महाराज दे नाल मिले। फतेह सिंह मिलिया, जिहड़ा भाई भगतू दा पोतरा सी, जिहड़ा गुरु साहब दे समय गुरु रामदास जी ने अपने घर का चौथा पुत्र जिहड़ा भगतू जी नूं दिता सी, बई ये तेरे घर आएगा वो भगतू होएगा, साढ़े घर चौथा पुत्र होना वो तुहाडे घर होएगा। तो उहदा पोतरा फतेह सिंह भी नाल मिल गया, होर भी कई शरीर मिल गए। ये वही फतेह सिंह है जिन्हें अगे चल के वजीदे का 2 फाड़ किए सन। ये सारे इकट्ठे होके एक कस्बा, क्योंकि बाबा बंदा सिंह बहादुर समझते सन कि जे मैं सरहद ते सीधा हमला किया तो चारों कस्बे सारी तरफ मुगल सैना है, तो मेरी उत्थे मनु पकड़ के मार दिता जाएगा। उन्होंने वड्डे वड्डे इलाके जिहड़े सन उन्होंने मारते हुए उस सरहद तक पहुँचना चाहते सन। उस तो बाद ये गए वजीर खां दे पिंड विच, उत्थे जाके कुंजपुरा उसका पिंड सारा तबाह किया। हालांकि वजीर खां अपना ही सी, पर उस पिंड की तबाही की जिहड़े इस पापी का जिथे उत्थे जन्म होया सी। इत्थों चल के महाराज बाबा बंदा सिंह बहादुर एक जगह आंदी कपूरी, उत्थे दा एक रहन वाला कबरूदीन, वो इतना निहायत विकारी घटिया इंसान सी। उत्थे दे लोगों की पुकार, उन्हां दियां दुखां दे पहाड़ उन्हां दे गिरे हुए सन। उन्होंने आके बंदा सिंह बहादुर दे अगे बेनती की कि बंदा सिंह बहादुर जी साडे ते किरपा करो, ये जिहड़ा कबरूदीन है ये साडे घरां दे विच आके जिहड़ियां जवान बच्चियां होंदियां ने चुक के लै जांदा है, फिर उन्हां दी बेपत्ती करके उन्हां नूं छड्ड दिंदा है। ते बंदा सिंह बहादुर ने फिर सैना लैके सारी उस स्थान ते पहुंचे, ते इस नूं फड़ के फिर साध संगत इनू इतना मारिया, ये जिस महल दे विच रहिंदा सी पहलां तो बाहर ही नहीं आया, फिर सिखां ने अंदर जाके इसनू अंदर ही आके मारिया। उस दीन दुखियां दे पुकार नू सुन के ये भी एक जंग लड़ी गई, 3-4 जंगां होईयां। हुण महाराज बंदा सिंह बहादुर ने उस सिडोरे की धरती ते जद पैर रखिया ते हुण उधर युद्ध सी। ते वो युद्ध पता कि केड़ा पिंड सी? वो पिंड सी पीर बुद्धू शाह दा। वो पीर बुद्धू शाह जदों महाराज मैं पहला क्या जदों चलने लगे सी ना, ते बचन याद आ गया। गुरु गोबिंद सिंह महाराज ने कहा सी होर किथे जाए ना जाए, एक सिडोरे पिंड जरूर जाई। उत्थे दा जिहड़ा उस्मान खां है मेरा जिहड़ा सब तो महाराज ने कहा महंगा यार है ना, मेरा ना कसारा यार
गुरु गोबिंद सिंह पीर बुद्धू शाह दे उत्ते ने बड़े हमले किए ने, क्योंकि इस उस्मान खान ने उहदे परिवार ते बड़े कहर ढाए। जदों पीर बुद्धू शाह जंग दे विच हिस्सा लैण गया, किन्ने उहदे सिंह मारे, उहदे सैनिक मारे गए, 4 पुत्तर सी वो भी शहीद हो गए। वापस घर आया, नसीरा सामने बैठी सी घर वाली, ते हुण किसी नूं कहो बई तुहाडे पुत्तर शहीद हो गए ने, ते कितनी वो गल नूं सहार सकदी है। उन्हें घर आके बुद्धू शाह ने सब तो पहला कहा कि 2-4 घुट पानी पिलाया। वो पुछदी है पुत्तर कित्थे ने? वो कहती बैठो मैं आराम नाल दसना वा। जब उन्हें ज्यादा किया तो उन्हें कहा जी मैं हले इस तरह ही कहा कि मैं 2 पुत्तर गुरु गोबिंद सिंह महाराज उस जंग दे विच शहीदी पा गए ने। जद ये सुनिया तो नसीरा ढाइयां मार के रोन लग पई। ते पीर बुद्धू शाह ने बड़ा चुप कराया, क्यों रो रही हैं? कहती मैं इस करके नहीं रो रही कि मेरे 2 पुत्तर शहीद हो गए ने, मैं इस करके रो रही हाँ कि गुरु गोबिंद सिंह महाराज तुहाडे सदके मेरे 4 क्यों नहीं शहीद होए? पीर बुद्धू शाह कहता है पता है महाराज ने मैनू की दिता उहदे बदले बख्शिश। वो कंघा दिखाया जिहदे विच महाराज दे वो केस सन, जदों महाराज केस वारे सन ते वो केस महाराज दे अगे रखे वो कंघा। कहंदे महाराज कहंदे ने ये वो केस ने, वो कंघा है जिन्हां केसां ते माता गुजरी दा भी हथ लग्या होया है, क्योंकि मां केस बंदी है ना। ये वो केस ने नसीरा जिन्हों गुरु तेग बहादुर बाबा जी दी वो दृष्टि भी पई हुई है केसां ते। ये वो महाराज दे केस ने। देखो अज असी केसां दी बेदबी करने ना, तो अज एक मुसलमान दे विचों ये चीज़ भावना लवो। एक केस कंघा लैण वास्ते जिहड़े मुर्दे केस हुंदे ने साडे उतरदे ने, वो लैण वास्ते वो बख्शिश समझ के कोई होर कोई होवे अपने 4 पुत्तर वार के तुसी ये केस लैण आ गए हो, ये लेके आए हो। साध संगत ये प्यार सी। ते फिर उस स्थान ते पता की है उस्मान खान ने इन्हां दे परिवार नूं बुद्धू शाह नूं इतना तसीहे दिते कि उन्हां नूं मार के उन्हां दियां लाशां सामने पेड़ ते टंग दित्तियां। ते गुरु गोबिंद सिंह महाराज ने कहा सी सिखा बंदा सिंह जी बहादुर जी जदों तुसी सरहंद ते जाना है एक गल याद रखना, मेरे यार नूं सिडोरे दे जाके धरती ते उसनूं सौदा लाना है। देखो गुरु महाराज नूं तुसी थोड़ा जिहा गुरु साहब वास्ते करो तो सही, गुरु नूं कितना फिक्र है। ये नहीं कि उन्हां दियां कुर्बानियां एवें चली गईयां। फिर बंदा सिंह बहादुर ने जाके उत्ते हमला किया, उस उस्मान खान नूं फड़ के सौदे ला के मार के उसे जंड दे पेड़ दे थले उसकी लाश नूं उत्थे खड़ा किया। आके लोगों ने देखा तो बंदा बहादुर दी उत्थे वाह वाह हुई, क्योंकि एक रूट बनाया सी जान दा। ते अगे चल के साथ संगत फिर जद पता लग्या वजीद खान नूं कि हमलावर हुण सीधा मेरे कोल आ रहे ने, ते उन्होंने फिर कहा कि बजाए सरहंद ही ना पहुँच जान, उस तो पहला असी पहुँचीए। फिर ये सिधोड़े तो चले, उधरों वो जड़ी जगह सी चप्पड़ चीड़ी, वैसे छप्पड़ चीनी नाम सी, उन्होंने नाम बदल के चप्पड़ चीड़ी करता। तो उत्थे जाके इधरों ये गए, उधरों सामने लखां दी फौज सी वजीद खान दी, उस सरहंद तो चल के चप्पड़ चिड़ी आया। साध संगत इधर घमासान युद्ध होया।
ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ ਆਪਣਾ ਆਪ ਵਾਰਨ ਵਾਸਤੇ ਕਦੀ ਵੀ ਪਿੱਛੇ ਨਹੀਂ ਹਟੇ। ਤੁਸੀਂ ਥੋੜੀ ਜਿਹੀ 2 ਮਿੰਟ ਨਾ ਆਪਣੀ ਬਿਰਤੀ ਭਾਈ ਲੱਖੀ ਸ਼ਾਹ ਵਣਜਾਰਾ ਵੱਲ ਲੈ ਜਾਓ ਦਿੱਲੀ ਵਿੱਚ। ਤੁਸੀਂ ਕੀ ਸੋਚਦੇ ਹੋ? ਉਹ ਗਰੀਬ ਸੀ? ਗਰੀਬ ਨਹੀਂ ਸੀ। ਮੈਂ ਇਤਿਹਾਸ ਪੜ੍ਹ ਰਿਹਾ ਸੀ, ਏਸ਼ੀਆ ਦਾ ਸਭ ਤੋਂ ਵੱਡਾ ਸ਼ਾਹੂਕਾਰ ਸੀ ਲੱਖੀ ਸ਼ਾਹ ਵਣਜਾਰਾ। ਵਣਜਾਰਾ ਕੀ ਹੁੰਦਾ ਹੈ? ਵਪਾਰ ਕਰਨ ਵਾਲਾ। ਹਰਾਸ ਮੇਰੀ ਮਨ ਵਣਜਾਰਾ ਕਈ ਜਗ੍ਹਾ ਤੇ ਆਇਆ ਹੈ। ਵਪਾਰੀ, ਸਭ ਤੋਂ ਵੱਡਾ ਵਪਾਰੀ ਸੀ, ਜਿਨੇ ਉਸ ਰਾਤ ਨੂੰ, ਸ਼ਾਮ ਦਾ ਸਮਾਂ ਸੀ, ਤਰਕਾਲਾਂ ਵੇਲੇ ਦਾ, ਜਦੋਂ ਤੂਫਾਨ ਆ ਗਿਆ, ਮਹਾਰਾਜ ਨੂੰ ਧੜ ਤੋਂ ਸੀਸ ਲੱਗ ਕੀਤਾ ਤੇ ਕਿੰਨੀ ਆਂधी ਤੂਫਾਨ ਆਇਆ। ਉਸ ਵੇਲੇ ਦਿੱਲੀ ਦੇ ਵਿੱਚ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਉਸ ਵੇਲੇ ਇਹ ਭਾਈ ਲੱਖੀ ਸ਼ਾਹ ਵਣਜਾਰਾ, ਜਿਹਦਾ 500 ਗੱਡਾ, ਦੇਖ ਲਓ 500 ਗੱਡਾ ਮਤਲਬ 1000 ਬੈਲ ਵੀ ਲੱਗੇ ਹੋਏਗਾ, 2-2 ਬੈਲ ਲਾਏ ਹੋਣ ਤੇ ਉਸ ਵੇਲੇ ਦੀ ਸਵਾਰੀ ਸੀ। 500 ਗੱਡਾ ਲੈ ਕੇ ਮਹਾਰਾਜ ਦੇ ਸੀਸ ਵਾਸਤੇ ਸੇਵਾ ਨਿਭਾਉਣ ਵਾਸਤੇ ਟੁਰ ਗਿਆ। ਇਤਿਹਾਸ ਹੈ ਸਾਡਾ, ਮੈਂ ਪੱਲਿਓਂ ਨਹੀਂ ਕੋਈ ਗੱਲ ਕਰ ਰਿਹਾ। ਉਸ ਝੱਖੜ ਹਨੇਰੀ ਦੀ ਰਾਤ ਵਿੱਚ ਜਦ ਪਹੁੰਚਿਆ ਤੇ ਉਸਨੇ ਫਿਰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਨੂੰ ਉਸ ਗੱਡੇ ਵਿੱਚ ਬੜੇ ਪਿਆਰ ਸਹਿਤ ਲਾ ਕੇ ਆਪਣੇ ਜਿਹੜੀ ਘਰ ਸੀ, ਜਿੱਥੇ ਰਕਾਬਗੰਜ ਸਾਹਿਬ ਹੈ, ਬਹੁਤ ਵੱਡੀ ਉਹਦੀ ਹਵੇਲੀ ਟਾਈਪ ਸੀ ਤੇ ਕੀਮਤੀ ਸਮਾਨ ਸੀ। ਜੇ ਸ਼ਾਹੂਕਾਰ ਹੋਏਗਾ, ਸੁਭਾਵਕ ਹੀ ਉਹਦੇ ਘਰ ਕੀਮਤੀ ਸਮਾਨ ਵੀ ਹੋਏਗਾ। ਪਰ ਉਸ ਜਿਹੜੀ ਝੱਖੜ ਹਨੇਰੀ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਲੱਗਿਆ ਤੇ ਇਧਰੋਂ ਫਿਰ ਉਹਨੇ ਆਪਣੀ ਝੋਪੜੀ ਨੂੰ ਕਹਿ ਲਓ, ਹਵੇਲੀ ਨੂੰ ਕਹਿ ਲਓ, ਅੱਗ ਲਾ ਦਿੱਤੀ ਤੇ ਰੋਣ ਲੱਗ ਪਿਆ। ਲੋਕ ਸਮਝਦੇ ਨੇ ਇਹਦਾ ਘਰ ਜਲਿਆ ਵੇ, ਇਹਦਾ ਸਮਾਨ ਜਲਿਆ ਤਾਂ ਰੋ ਰਿਹਾ ਹੈ। ਪਰ ਮੈਂ ਪਹਿਲਾਂ ਕਿਹਾ, ਸਿੱਖ ਆਪਣੇ ਗੁਰੂ ਤੋਂ ਕੁਰਬਾਨ ਜਾਣ ਦੀ ਹਮੇਸ਼ਾ ਹੀ ਸੋਚਦੇ ਨੇ, ਕਿਉਂਕਿ ਜੇ ਸੱਚਾ ਗੁਰੂ ਮਿਲਿਆ ਹੋਵੇ ਨਾ, ਤੇ ਜੇ ਗੁਰੂ ਸਿੱਖਾਂ ਵਾਸਤੇ ਸਭ ਕੁਝ ਆਪਣਾ ਸਰਬੰਸ ਵਾਰ ਸਕਦਾ ਹੈ, ਧਿਆਨ ਦੇਣਾ, ਤੇ ਫਿਰ ਸਿੱਖ ਵੀ ਪਿੱਛੇ ਨਹੀਂ ਹਟੇ। ਸਿੱਖ ਵੀ ਆਪਣਾ ਘਰ-ਬਾਰ, ਆਪਣਾ ਆਪ ਵੀ ਵਾਰ ਦਿੰਦੇ। ਤੁਹਾਡਾ ਕੀ ਮਤਲਬ? ਭਾਈ ਮਤੀ ਦਾਸ ਜੀ ਦੇ ਭਰਾ ਨਹੀਂ ਸਨ, ਭੈਣ ਨਹੀਂ ਸੀ, ਮਾਂ ਨਹੀਂ ਸੀ, ਪਿਓ ਨਹੀਂ ਸੀ, ਪਰ ਪ੍ਰੇਮ ਸੀ ਨਾ, ਗੁਰੂ ਦਾ ਸਿਧਾਂਤ ਸੀ। ਭਾਈ ਮਣੀ ਸਿੰਘ ਜੀ ਨੂੰ ਬੰਦ ਕਟਾਇਆ ਜਾ ਰਿਹਾ ਸੀ, ਉਹ ਗੁੱਟ ਤੋਂ ਕੱਟ ਰਿਹਾ ਸੀ। ਕਹਿੰਦੇ ਕਿਉਂ ਜ਼ਾਲਮਾ, ਤੈਨੂੰ ਇੰਨਾ ਨਹੀਂ ਪਤਾ? ਤੈਨੂੰ ਆਰਡਰ ਹੋਏ ਨੇ ਬੰਦ ਕੱਟਣ ਦੇ, ਤੂੰ ਮੇਰਾ ਗੁੱਟ ਕੱਟ ਰਿਹਾ। ਗੁੱਟ ਹੁੰਦਾ ਹੱਥ ਤੇ ਹੱਥੋਂ ਦੀ। ਉਸ ਤੋਂ ਪਹਿਲਾਂ 65 ਜੀ ਪਰਿਵਾਰ ਦੇ ਭਾਈ ਮਣੀ ਸਿੰਘ ਦੇ ਸ਼ਹੀਦ ਹੋ ਚੁੱਕੇ ਸਨ। 65 ਜੀ। ਇਤਿਹਾਸ ਕੋਈ ਸਾਧ ਸੰਗਤ ਇਸ ਤਰ੍ਹਾਂ ਅਮੀਰ ਨਹੀਂ ਹੁੰਦਾ, ਜੇ ਮੈਨੂੰ ਖਿਮਾ ਕਰ ਦੇਣਾ, ਇਤਿਹਾਸ ਹੁੰਦਾ ਸ਼ਹਾਦਤਾਂ ਦੇ ਉੱਤੇ ਖੜਾ ਹੈ। ਅੱਜ ਮੈਨੂੰ ਕੋਈ ਧਰਮ ਦੱਸ ਦਿਓ ਇਸ ਤਰ੍ਹਾਂ ਦਾ ਸ਼ਹਾਦਤ ਦਾ ਕਿਸੇ ਨੇ ਜਾਮ ਪੀਤਾ ਹੋਵੇ। ਰਾਜ ਕਰਨੇ ਬੜੇ ਸੌਖੇ ਨੇ। ਅੱਜ ਕਿਸੇ ਨੂੰ ਕਹੋ ਤੁਹਾਡੇ ਪੁੱਤਰ ਦੀ ਲੋੜ ਹੈ ਬਾਰਡਰ ਤੇ, ਵੱਡੇ ਵੱਡੇ ਮਿਨਿਸਟਰਾਂ ਨੂੰ ਕਹੋ, ਅੱਜ ਜਿਹੜੇ ਲੜਦੇ ਨੇ ਉਹ ਤੇ ਸਾਡੇ ਤੁਹਾਡੇ ਵਰਗੇ ਹੀ ਨੇ। ਉਹ ਤੇ ਕੁਝ ਚੰਦ ਤਨਖਾਹ ਵਾਸਤੇ ਘਰੋਂ ਵਿਚਾਰੇ, ਘਰ ਦਾ ਖਰਚਾ ਪੂਰਾ ਨਹੀਂ ਹੋ ਰਿਹਾ, ਤਾਂ ਬਾਰਡਰਾਂ ਤੇ ਬੈਠੇ ਨੇ, 25-25 ਡਿਗਰੀ ਮਾਈਨਸ ਟੈਂਪਰੇਚਰ ਤੇ ਬੈਠੇ ਨੇ। ਪਰ ਜਿਹੜਾ ਕੋਈ ਬਿਨਾਂ ਸ਼ਰਤ ਤੋਂ, ਬਿਨਾਂ ਕੰਪਰੋਮਾਈਜ਼ ਤੇ ਗੁਰੂ ਦੇ ਨਾਲ ਆਪਣਾ ਆਪ ਵਾਰ ਦੇ, ਉਹਨੂੰ ਕਹਿੰਦੇ ਨੇ ਸ਼ਹੀਦ। ਜਿਹੜਾ ਸੱਤ ਦੇ ਪਿੱਛੇ ਆਪਣੀ ਜਾਨ ਨੂੰ ਵਾਰ ਦੇ। ਤੇ ਉਹ ਭਾਈ ਲੱਖੀ ਸ਼ਾਹ ਨੇ, ਲੋਕਾਂ ਨੇ ਕਿਹਾ ਤੇਰਾ ਘਰ ਸੜ ਗਿਆ, ਕਹਿੰਦਾ ਨਹੀਂ, ਉਹਨੂੰ ਤੇ ਪਤਾ ਸੀ। ਉਹ ਕਹਿੰਦਾ ਅੱਜ ਮੇਰੇ ਗੁਰੂ ਦਾ ਸੰਸਕਾਰ ਹੋ ਰਿਹਾ ਹੈ। ਦੇਖੋ ਪਹਿਲੇ ਗੁਰੂ ਹੋਏ ਨੇ ਜਿਨ੍ਹਾਂ ਦੇ 2 ਜਗ੍ਹਾ ਸੰਸਕਾਰ ਹੋਏ ਨੇ, ਇੱਕ ਇੱਥੇ ਸੀਸਗੰਜ ਸਾਹਿਬ, ਰਕਾਬਗੰਜ ਸਾਹਿਬ,
ਇੱਥੇ ਵੀ ਸੀਸਗੰਜ ਸਾਹਿਬ ਹੈ ਨਾ, ਤੇ ਇੱਕ ਰਕਾਬਗੰਜ ਸਾਹਿਬ। ਇੱਕ ਅਨੰਦਪੁਰ ਸਾਹਿਬ ਦੇ ਕੋਲ ਵੀ ਜਦੋਂ ਭਾਈ ਜੇਤਾ ਜੀ ਰੰਗ ਰੇਟਾ ਗੁਰੂ ਕਾ ਬੇਟਾ ਉਹ ਲੈ ਕੇ ਗਏ ਸਨ, ਉਹ ਵੀ ਸੀਸਗੰਜ ਸਾਹਿਬ ਹੈ, ਉੱਥੇ ਵੀ ਸੰਸਕਾਰ ਹੋਇਆ ਸੀ। ਉੱਥੇ ਵੀ ਮਹਾਰਾਜ ਨੇ ਉਹਨੂੰ ਬੇਟਾ ਬਣਾਇਆ ਸੀ। ਉਹਨਾਂ ਕਿਹਾ ਬੇਟੇ ਬੜੇ ਨੇ। ਜਦੋਂ ਸੰਸਕਾਰ ਹੋਣ ਲੱਗਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ 'ਚ ਲੰਬੂ ਸੀ, ਤੇ ਸਾਰਿਆਂ ਵੱਲ ਵੇਖ ਰਹੇ ਨੇ, ਤੇ ਮਹਾਰਾਜ ਨੂੰ ਕਹਿੰਦੇ ਲਗਾਉਂਦੇ ਕਿਉਂ ਨਹੀਂ ਪਏ ਅੱਗ, ਅਗਨੀ ਦਵੋ। ਕਹਿੰਦੇ ਨਹੀਂ, ਜੇ ਗਲੇ ਲਾ ਕੇ ਰੰਗ ਰੇਟੇ ਗੁਰੂ ਕੇ ਬੇਟੇ ਕਿਹਾ ਨਾ, ਤੇ ਉਹ ਭੀੜ ਦੇ ਵਿੱਚ ਪਿੱਛੇ ਅੱਖਾਂ ਵਿੱਚ ਅੰਸੂ ਸੀ, ਬੁਲਾਇਆ ਕਿ ਆਓ ਆ ਕੇ ਬੇਟੇ ਦਾ ਫਰਜ਼ ਅਦਾ ਕਰੋ। ਉਸ ਗੁਰੂ ਤੇਗ ਬਹਾਦਰ ਸਾਹਿਬ ਦੇ ਉਸਨਾਂ ਨੇ ਸੰਸਕਾਰ ਦਾ ਉਹ ਮਾਣ ਦਿੱਤਾ ਗੁਰੂ ਨੇ। ਗੁਰੂ ਖਾਲੀ ਗੱਲਾਂ ਬਾਤਾਂ ਨਾਲ ਨਹੀਂ, ਆਪਣੇ 4 ਪੁੱਤਰਾਂ ਤੋਂ ਵੀ ਜ਼ਿਆਦਾ ਮਾਣ ਸਾਨੂੰ ਦਿੱਤਾ ਹੈ। ਜੇ ਅੱਜ ਅਸੀਂ ਆਪਣੇ ਕੇਸਾਂ ਦੀ ਬੇਦਬੀ ਜਾਂ ਮੇਰੀ ਭੈਣਾਂ ਕੇਸਾਂ ਦੀ ਬੇਦਬੀ ਕਰਦੇ ਹੋ ਨਾ, ਤੇ ਇੱਕ ਵਾਰੀ ਇਹੋ ਜਿਹੇ ਇਤਿਹਾਸ ਨੂੰ ਜ਼ਰੂਰ ਟਟੋਲ ਲਿਆ ਕਰੋ। ਐਸਾ ਇਤਿਹਾਸ ਮਿਲੇਗਾ ਨਹੀਂ। ਬੜੇ ਅਸੀਂ ਵਿਰਸੇ ਤੋਂ ਹੀ ਅਮੀਰ ਹਾਂ, ਅਸੀਂ ਗਰੀਬ ਨਹੀਂ ਹਾਂ। ਅੱਜ ਵੀ ਸਿੱਖ ਸ਼ਹਾਦਤ ਦੇਣ ਤੋਂ ਪਿੱਛੇ ਨਹੀਂ ਹੈ। ਤੇ ਫਿਰ ਮੈਂ ਉੱਥੇ ਆਵਾਂ, ਉਸ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਉਹ ਜੰਗ ਹੋਇਆ, ਜਿਹਦੇ ਵਿੱਚ ਆਮਨੇ ਸਾਹਮਣੇ ਲੜਾਈ ਹੋਈ। ਲੜਾਈ ਵੀ ਐਸੀ ਘਮਾਸਾਨ ਹੋਈ, ਕਿਉਂਕਿ ਉਹ ਸਰਹੰਦ ਤੋਂ ਚੱਲ ਕੇ ਉੱਥੇ ਆ ਗਿਆ, ਤੇ ਇਹ ਸਿਧੋੜੇ ਤੋਂ ਚੱਲ ਕੇ ਆਏ ਸਨ। ਥੱਕੇ ਵੀ ਹੋਏ ਸਨ, ਕਾਫੀ ਸਮੇਂ ਤੋਂ ਲੜਦੇ ਵੀ ਪਏ ਸਨ। ਜਦ ਵਜ਼ੀਦੇ ਨੇ ਦੇਖਿਆ ਕਿ ਸਾਹਮਣੇ ਬੰਦਾ ਸਿੰਘ ਬਹਾਦਰ ਹੈ, ਇਹ ਤੇ ਵਧੀਆ ਹੀ ਹੋ ਗਿਆ, ਹੁਣ ਮੇਰੇ ਨਾਲ ਸਿੱਧਾ ਮੁਕਾਬਲਾ ਹੋਏਗਾ, ਤੇ ਇਹਨੂੰ ਮੈਂ ਕੀ ਕਰਾਂਗਾ, ਇਹਨ ਤੇ ਮੈਂ ਸਿੱਧਾ ਹੀ ਪਹਿਲਾਂ ਹੀ ਇਹਨੂੰ ਮਾਰ ਛੱਡਾਂਗਾ। ਕਿਉਂਕਿ ਉਹਨਾਂ ਨੇ ਇੱਕ ਬੰਦਾ ਐਸਾ ਭੇਜਿਆ ਸੀ, ਸੁੱਚਾ ਨੰਦ ਦਾ ਪੁੱਤਰ, ਕਿ ਜਾ ਤੂੰ ਫੌਜ 'ਚ ਚਲਾ ਜਾ, ਅੱਗੇ ਜਾ ਕੇ ਖੜਾ ਹੋਈ, ਤੇ ਜਦ ਅੱਗੇ ਲੜਾਈ ਹੋ ਰਹੀ ਹੋਏਗੀ ਤੂੰ ਭੱਜ ਪਈ, ਤੇ ਭੱਜ ਪਏਗਾ ਤੇ ਭਾਜਣਾ ਪੈ ਜਾਣਗੀਆਂ, ਸਾਡੀ ਜਿੱਤ ਹੋ ਜਾਏਗੀ। ਜਦੋਂ ਭਾਜਣਾ ਪੈ ਜਾਣ ਤੇ ਜਿੱਤ ਹੀ ਹੋ ਗਈ ਸਮਝੋ ਦੂਜੀ ਪਾਰਟੀ ਦੀ। ਉਸ ਵੇਲੇ ਮਾਂ ਬਾਬਾ ਬੰਦਾ ਸਿੰਘ ਬਹਾਦਰ ਸਮਝ ਗਏ, ਉਹਦੇ ਪੁੱਤਰ ਨੂੰ ਕਿਹਾ ਭਾਈ ਤੂੰ ਲੜਨਾ ਵੀ ਹੈ ਨਾ ਜੇ ਸਾਡੇ ਨਾਲ, ਸਾਡਾ ਹਿਮਾਇਤੀ ਬਣ ਕੇ ਲੜਨਾ ਹੈ। ਕਿਉਂਕਿ ਮਹਾਰਾਜ ਨੇ ਉਹ ਪਿਆਰ ਵੀ ਦਿੱਤਾ ਸੀ ਥਾਪੜੇ ਦੇ ਨਾਲ, ਪਹਿਚਾਨ ਵੀ ਦਿੱਤੀ ਸੀ। ਤੇ ਉਹਨੂੰ ਕਿਹਾ ਫਿਰ ਤੂੰ ਪਿੱਛੇ ਸੈਨਾ ਦੇ ਵਿੱਚ ਖੜਾ ਹੋ। ਜਦ ਸਾਹਮਣੇ ਆਮਨੇ ਸਾਹਮਣੇ ਘਮਾਸਾਨ ਲੜਾਈ ਹੋਈ, ਤੇ ਵਜ਼ੀਦਾ ਮਾਰਨ ਵਾਸਤੇ ਅੱਗੇ ਆਇਆ, ਤੇ 2 ਸ਼ਰੀਰ ਸਿੱਖ, ਭਾਈ ਬਾਜ ਸਿੰਘ ਤੇ ਭਾਈ ਫਤਿਹ ਸਿੰਘ, 2 ਸ਼ਰੀਰ ਅੱਗੇ ਆ ਗਏ। ਉਹ ਕਹਿੰਦੇ ਨੇ ਬੰਦਾ ਸਿੰਘ ਬਹਾਦਰ ਲੜਨ ਤੋਂ ਪਹਿਲਾਂ ਮੇਰਾ ਨਾਮ ਫਤਿਹ ਸਿੰਘ ਹੈ। ਇਹ ਭਾਈ ਭਗਤੂ ਦਾ ਜਿਹੜਾ ਗੁਰੂ ਭਾਈ ਆਦਮ ਦਾ ਪੁੱਤਰ ਸੀ। ਆਦਮ ਨੇ ਜਦੋਂ ਭਾਈ ਆਦਮ ਦੇ ਘਰ ਔਲਾਦ ਨਹੀਂ ਸੀ, ਤੇ ਮਹਾਰਾਜ ਨੇ ਆਪਣੇ ਘਰੋਂ ਔਲਾਦ ਦਿੱਤੀ ਸੀ। ਉਸਨੇ ਪੋਤਾ ਭਾਈ ਫਤਿਹ ਸਿੰਘ ਜੀ, ਉਹ ਆ ਕੇ ਕਹਿਣ ਲੱਗੇ ਜੀ ਇੱਕ ਉਹ ਫਤਿਹ ਸਿੰਘ ਸੀ, ਮੈਂ ਉਹਨਾਂ ਦਾ ਮੁਕਾਬਲਾ ਤੇ ਨਹੀਂ ਕਰ ਸਕਦਾ, ਤੁਸੀਂ ਉਹਨਾਂ ਨਿਹੱਤਿਆਂ ਨੂੰ ਜਿਸ ਹਿਸਾਬ ਨਾਲ ਮਾਰਿਆ ਵੇ, ਮੈਂ ਉਹਨਾਂ ਦਾ ਹੀ ਭਰਾ ਹੋ ਕੇ ਮੈਂ ਤੁਹਾਨੂੰ ਚੈਲੰਜ ਕਰਨਾ ਵਾ, ਬੰਦਾ ਸਿੰਘ ਬਹਾਦਰ ਤੋਂ ਪਹੁੰਚਣ ਤੋਂ ਪਹਿਲਾਂ ਤੁਹਾਨੂੰ ਮੇਰੇ ਨਾਲ ਲੜਨਾ ਪਏਗਾ। ਉਸ ਵੇਲੇ ਬਾਜ ਸਿੰਘ ਤੇ ਫਤਿਹ ਸਿੰਘ ਨਾਲ ਵਜੀਦੇ ਦੀ ਉਹ ਜੰਗ ਹੋਈ ਜ਼ਬਰਦਸਤ ਵਾਲੀ, ਤੇ ਇੱਕ ਵਾਰ ਫਤਿਹ ਸਿੰਘ ਨੇ ਐਸਾ ਕੀਤਾ ਜਿਹੜਾ ਸੱਜੇ ਮੋਢੇ ਤੋਂ ਲੈ ਕੇ ਉਹ ਸਰੀਰ ਦੇ 2 ਧੜ ਕਰ ਦਿੱਤੇ, ਸਿਰ ਕਿੱਧਰ ਧੜ ਕਿੱਧਰ। ਹਾਹਾਕਾਰ ਮਚ ਗਈ, ਜਿੱਤ ਹੋ ਗਈ, ਵਜ਼ੀਦਾ ਮਾਰਿਆ ਗਿਆ। ਬੜੀ ਵੱਡੀ ਜਿੱਤ ਸੀ। ਜਿਹੜੇ ਮੁਕਾਮ ਤੇ ਸਿੱਖ ਜਦੋਂ ਕਦੀ ਵੀ, ਮੈਂ ਹਮੇਸ਼ਾ ਕਹਿੰਦਾ, ਸਿੱਖ ਕਦੀ ਵੀ ਕਿਸੇ ਨਿਹੱਥੇ ਤੇ, ਕਿਸੇ ਗਰੀਬ ਤੇ, ਕਿਸੇ ਧਰਮ ਦੇ ਉੱਤੇ ਵਾਰ ਕਦੀ ਨਹੀਂ ਕਰਨਗੇ। ਕਦੋਂ ਦੱਸੋ ਇੱਕ ਇਤਿਹਾਸ ਵਿੱਚ ਵੀ ਕਦੀ ਕੋਈ ਮੰਦਰ ਢਾਇਆ ਹੋਏ? ਹਾਂ, ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੇ ਮੰਦਰ ਜ਼ਰੂਰ ਬਣਾਏ ਨੇ, ਮਸਜਿਦ ਜ਼ਰੂਰ ਬਣਾਈ ਹੈ। ਤੁਸੀਂ ਹਰਿਮੰਦਰ ਸਾਹਿਬ ਜਾਓ, ਮੰਦਰ ਵੀ ਨਾਲ ਬਣਾਇਆ ਹੈ ਮਹਾਰਾਜਾ ਰਣਜੀਤ ਸਿੰਘ ਨੇ। ਮਸਜਿਦਾਂ ਦੇ ਵੀ ਸੋਨਾ ਲਾਇਆ ਹੈ, ਸੋਮਨਾਥ ਮੰਦਰ ਵਰਗਿਆਂ ਵਿੱਚ ਵੀ ਸੋਨਾ ਲਾਇਆ ਹੈ, ਭਾਵੇਂ ਹਜ਼ੂਰ ਸਾਹਿਬ ਵੀ ਲਾਇਆ, ਦਰਬਾਰ ਸਾਹਿਬ ਵੀ ਲਾਇਆ। ਕਿਉਂਕਿ ਸਿੱਖ ਵਿਤਕਰਾ ਨਹੀਂ ਕਰਦੇ। ਹਰ ਇੱਕ ਧਰਮ ਨੂੰ ਆਪਣੇ ਧਰਮ ਦੀ ਆਜ਼ਾਦੀ ਹੈ, ਉਹ ਕਰ ਸਕਦਾ ਹੈ ਜਿਸ ਧਰਮ ਵਿੱਚ
पर एक गल सिखा याद रखी, सिख उदों ही बाहर आए ने जदों सिख दे गुरु दे उत्ते कोई आंच आई है या गुरु ते कोई टिप्पणी करता है। ते उस वेले फिर वो हालत हुई, भाजना पै गईयां। बाबा बंदा सिंह बहादुर जी ने उस सरहंद नूं फतेह कर दिता, जिस सरहंद दे विच वो वजे पाप होए सी जिहड़े संसार दे विच उंगलियां मूँह च बंदा पा ले ते उंगलियां मूँह च पाएगा। वो इतिहास सुन लवे ते पक्की गल है कि एक निहत्ते छोटे किसी भी धर्म दसो, अज काजी होए रिश्वती वाली गल है, कादी कूड़ बोल मल खाए, कादी आप ही झूठ बोल गए। किहड़े कुरान विच लिखिया कि 5-7 साल की उम्र के बच्चे नूं इस तरह शहादत का जाम पिलाया जाए? दसो किसे इतिहास विच, किसे धर्म दे विच लिखिया होवे? उस वेले साध संगत नेजे ते उहदी एक सिर लटका के ते गड्ढे विच उहदा धड़ पा के जलूस कढ के लाहौरां दी लाहौर तो ही गलियां विचों हुंदे होए जद सरहंद पहुंचे ना, जिथे छोटे साहिबजादियां दा शहीद किया गया सी, उत्थे सारी संगत आ गई ते बंदा सिंह बहादुर ते होर सिख जिहड़े आए उत्थे दे सरहंद दे रहण वाले, सारी संगत आके बाबा बंदा सिंह बहादुर दे अगे हाथ जोड़न लग पई। कहन लगी, बंदा सिंह जी बहादुर जी, इस पापी नूं इत्थों लै जाओ, ये बड़ी पवित्र धरती है, साडे साहिबजादियां दा इत्थे खून डुलिया होया है, और इस पापी दा इत्थे होना ठीक नहीं है। ठीक है तुसी किला इहनूं फतेह कीता है, सोधिया है, इहनूं मारिया है, सलाहना योग कदम है बंदा सिंह जी बहादुर, पर किरपा करके इहनूं सरहंद की धरती तो लै जाओ, नहीं तो छोटे साहिबजादियां दे आत्मा नूं दुख होएगा। उन्हां दा हुक्म मनदे होए इस नूं बाहर लै गए। अज जिहड़ी सरहंद की धरती ते जाओ ना, तो उत्थे एक एक कदम ध्यान नाल रखिया करो। मेरे नाल एक शरीर जांदा सी ते वो कहंदा रो पैंदा सी, उत्थों तक जांदा ही नहीं सी, कहंदा मेरे च हिम्मत ही नहीं है क्योंकि धरती ऐसी है। फिर बाबा बंदा सिंह बहादुर उस जगह ते गए जिथे शहीद होए सन ना दोनों छोटे साहिबजादे, उत्थे फुट फुट के रोए, क्योंकि उस तो बाद इतिहास सुन ही नहीं पाए हो। इतना रोए कि मैं तो बैरागी बन गया। पूरे हिंदुस्तान में कोई मर्द नहीं सी, कोई आवाज उठाने वाला नहीं सी कि जुल्म करने वाले जुल्म करी जा रहे हैं और सहन वाले की भी कोई हिम्मत है, ताकत है, कितों तक सहन करेगा। तो वो धरती है जिन्हों असी दर्शन करिए तो कोशिश करिए, बड़ी भावना दे नाल जाइए, जिथे मेरी माता गुजर कौर जी दादी ठंडे बुरज विच किवें तसीहे दिते उस परिवार नूं, किहदे वास्ते वो भी चाहते ते चंद खिलौणियां वास्ते जगीरां वास्ते डोल सकते सन। ऑप्शन सी उन्हां कोल। मैं सवेरे भी कहा, हर एक जिन्ने भी शहीद होए ने ना दूजे धर्मां दे, उन्हां कोल ऑप्शन कोई नहीं सी, उन्हां नूं बस सीधा जाके कतल कर दिता जांदा सी, भट्टी च जाल दिंदा जांदा। गुरु साहब सिखां कोल ऑप्शन भी सन। तुसीं अगे चल के हुण शाम दे दीवान विच सरवण करोगे, बाबा बंदा सिंह बहादुर कोल भी ऑप्शन सी कि या इस्लाम धर्म कबूल कर या मौत। गुरु साहब को, गुरु तेग बहादुर साहब को इहो सी, या करामात दिखाओ या इस्लाम धर्म कबूल करो या मौत। ते सिद्धांत तो पिछे नहीं हटे, मौत कबूल कर ली। छोटे साहिबजादियां ने उहियो पढ़ाई पढ़ी। वजीदे ने कहा तैनूं जगीरां दे दांगे, तुहानूं यह कुछ कर दांगे, तुहाडियां अच्छियां शादियां कर दांगे। उन्होंने कहा अच्छा फिर इन्ना कुछ हो जाएगा, फिर मौत नहीं आएगी सानूं, क्योंकि सिद्धांत दे नाल असी अपने इतिहास पढ़े ही नहीं, असी अपने सिद्धांत वाल गए ही नहीं। जदों सिखा तू सिद्धांत पढ़ेगा ना, फिर कैंची ला के ना शीशे मोरे
ਕੈਂਚੀ ਨਹੀਂ ਆਪਣੇ ਮੁਖ ਤੇ ਲਾਏਗਾ। ਦੇਖੋ, ਭਾਵੇਂ ਬੰਦਾ ਸਿੰਘ ਬਹਾਦਰ ਨਾਲ ਚੱਲੇ, ਗੁਰੂ ਸਾਹਿਬ ਦੇ ਪੰਜੋ ਸਿੱਖ ਭੇਜੇ, ਕੋਈ ਵੀ ਬਿਰਾਗੀ ਸੀ ਜਿਹੜਾ ਡੇਰੇ ਅੰਦਰ, ਇੱਕ ਵੀ ਬੰਦਾ ਨਾਲ ਨਹੀਂ ਗਿਆ। ਧਿਆਨ ਵੇਖਣ ਵਾਲੀ ਗੱਲ ਹੈ। ਉਹ ਕਹਿੰਦਾ ਮੈਂ ਪੰਜਾਬ ਜਾ ਰਿਹਾ, ਮੈਨੂੰ ਕੋਈ ਉੱਥੇ ਜਾਣਦਾ ਨਹੀਂ, ਮੈਂ ਸਾਲੋਂ ਸਾਲ ਪਹਿਲੇ ਗਿਆ ਸੀ। ਮਹਾਰਾਜ ਨੇ ਜਿਹੜਾ ਥਾਪੜਾ ਦਿੱਤਾ ਨਾ, ਉਹਨਾਂ ਨੇ ਕਿਹਾ ਤੇਰੇ ਨਾਲ ਮੈਂ ਹਾਂ। ਜਿਹਦੇ ਨਾਲ ਅੱਲਾ ਉਹ ਕਦੇ ਨਾ ਕੱਲਾ। ਜਿਹਦੇ ਕੋਲ ਗੁਰੂ ਹੋਵੇ ਉਹ ਕਦੀ ਇਕੱਲਾ ਹੁੰਦਾ ਹੀ ਨਹੀਂ। ਕਦੇ ਵੀ ਸੰਸਾਰ ਵਿੱਚ ਵਿਚਰੋ, ਮਤ ਸੋਚੋ ਮੈਂ ਇਕੱਲਾ ਵਾਂ। ਜੇ ਬਾਣੀ ਪੜ੍ਹ ਰਹੇ ਹੋ ਨਾ ਤਾਂ ਗੁਰੂ ਤੁਹਾਡੇ ਨਾਲ ਹੀ ਹੈ। ਰੋਜ਼ ਪੜ੍ਹਦੇ ਹੋ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਸੰਭਾਲੇ ਹੁੰਦਾ ਯਾਦ ਕਰਨਾ, ਸੰਭਾਲੇ ਭਾਰਾ ਕਰਕੇ, ਸੰਭਾਲੇ ਯਾਦ ਕਰਨਾ, ਉਹਨੂੰ ਸਿਮਰ ਸਿਮਰ ਕੇ ਤੇਰੇ ਨਾਲ ਹੈ। ਤਾਂ ਉਹ ਧਰਤੀ ਸਾਨੂੰ, ਉਹ ਸ਼ਹਾਦਤ ਦੇ ਅੰਦਰ ਉਹ ਇੱਕ ਐਸਾ ਪਾਠ ਸੀ ਜਿਹੜਾ ਪ੍ਰਣ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ। ਅੱਜ ਉਸ ਪ੍ਰਣ ਨੂੰ ਪੂਰਾ ਕੀਤਾ। ਫਿਰ ਉੱਥੇ ਸ਼ਾਦੀ ਵੀ ਹੋਈ ਸਾਹਿਬ ਕੌਰ ਦੇ ਨਾਲ, ਫਿਰ ਇੱਕ ਸ਼ਾਦੀ ਹੋਰ ਵੀ ਇਹਨਾਂ ਨੇ ਕੀਤੀ। ਅਗਾਂਹ ਜਿਹੜਾ ਇਤਿਹਾਸ ਹੈ ਉਹ ਅਸੀਂ ਸ਼ਾਮ ਦੇ ਦੀਵਾਨਾਂ ਵਿੱਚ ਸਾਂਝ ਕਰਾਂਗੇ। ਇਹ ਪਾਰਟ 2 ਸਮਝ ਲਓ। ਹੁਣ ਪਾਰਟ 3 ਦੇ ਅੰਦਰ ਉਹ ਲਾਸਾਨੀ ਸ਼ਹੀਦੀ ਨੂੰ, ਜਿਹੜੀ ਦਿੱਲੀ ਦੇ ਅੰਦਰ 740 ਤੇ ਆਪ ਤੇ ਉਹਨਾਂ ਦਾ ਬੇਟਾ ਜੋ ਸ਼ਹਾਦਤ ਦਾ ਜਾਮ ਪੀਤਾ, ਅੱਜ ਦੇ ਦਿਹਾੜੇ ਅਸੀਂ ਸਾਰਿਆਂ ਨੇ ਸਾਂਝ ਕਰਨੀ ਹੈ। ਇਹੀ ਅਰਦਾਸ ਕਰਨੀ ਹੈ, ਸੱਚੇ ਪਿਤਾ ਇਹਨਾਂ ਸ਼ਹਾਦਤਾਂ ਨੂੰ, ਇਹਨਾਂ ਇਤਿਹਾਸ ਨੂੰ ਅਸੀਂ ਪੜ੍ਹ ਕੇ ਅਸੀਂ ਵੀ ਕਿੱਥੇ ਆਪਣੇ ਇੱਕ ਮਨ ਨੂੰ ਬਣਾਈਏ। ਅਸੀਂ ਹੋਰ ਕੁਛ ਨਹੀਂ ਤੇ ਅਸੀਂ ਆਪਣੇ ਵਿਕਾਰਾਂ ਤੋਂ ਹੀ ਜਿੱਤ ਕਰ ਲਈਏ। ਕਿਉਂਕਿ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਘਟ ਮਰੇ ਕਬੂ ਨਾ ਛਾੜੇ ਖੇਤ। ਸੋ ਐਸੇ ਉਹ ਮਹਾਨ ਯੋਧਿਆਂ ਦਾ, ਸੂਰਵੀਰਾਂ ਦਾ ਅਸੀਂ ਇਤਿਹਾਸ ਪੜ੍ਹ ਕੇ ਆਪਣੇ ਜੀਵਨ ਨੂੰ ਸੁਧਾਰੀਏ। ਇਹੀ ਬੇਨਤੀ ਕਰਾਂਗਾ। ਭੁੱਲਾਂ ਬੇਅੰਤ ਹੋਈਆਂ ਨੇ, ਉਹ ਦਾਸ ਦੀਆਂ ਨੇ। ਬਚਨ ਗੁਰੂ ਦਾ ਜਾਣ ਕੇ